स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आखना बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। लंघे दिन बरजिंदर सिंह हमदर्द बनाम गवर्नमेंट ऑफ पंजाब केस ਵਿੱਚ ਸੁਣਵਾਈ ਹੁੰਦੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਔਰ ਇਹਦੇ ਸੰਬੰਧੀ ਜਿਹੜੇ ਤੱਥ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ। ਇਹ ਬੜਾ ਅਹਿਮ ਕੇਸ ਹੈ ਔਰ ਸਭ ਤੋਂ ਚਰਚਿਤ ਇਸ ਦੌਰ ਦਾ ਇਹੀ ਕੇਸ ਆ। ਦੂਜਾ ਮਾਮਲਾ ਪੰਚਾਇਤੀ ਫੰਡਸ ਦੇ ਵਿੱਚ 100 ਕਰੋੜ ਰੁਪਏ ਦੀ ਹੇਰਾਫੇਰੀ ਕਿੱਥੇ ਹੋਈ ਆ। ਅਜੇ ਗੱਲ ਪਠਾਨਕੋਟ ਵਾਲੀ ਮੁੱਕੀ ਨਹੀਂ ਸੀ, ਇੱਕ ਨਵਾਂ ਕੇਸ ਆ ਜਾਂਦਾ। ਆਖਰ 100 ਕਰੋੜ 6 ਪਿੰਡਾਂ ਦੀਆਂ ਪੰਚਾਇਤਾਂ ਕਿਵੇਂ ਬੇਨਿਯਮੇ ਢੰਗ ਨਾਲ ਵਰਤ ਲੈਂਦੀਆਂ, ਕਿੱਥੋਂ ਆਇਆ ਉਹ 100 ਕਰੋੜ ਰੁਪਇਆ। ਤੀਜਾ ਮਾਮਲਾ ਪਰਾਲੀ ਪ੍ਰਬੰਧਨ ਨਾਲ ਲੈ ਕੇ ਅਸੀਂ 150 ਕਰੋੜ ਦਾ ਜ਼ਿਕਰ ਕਰਦੇ ਰਹੇ ਹਾਂ ਔਰ ਬੜੀ ਪ੍ਰਮੁਖਤਾ ਨਾਲ ਛਾਇਆ ਹੁੰਦਾ ਰਿਹਾ ਕਿ ਜਿਹੜੀਆਂ ਮਸ਼ੀਨਾਂ ਖਰੀਦੀਆਂ ਗਈਆਂ ਸੀ, ਭਾਵੇਂ ਕਿ ਉਹਦੇ ਵਿੱਚੋਂ ਆਡਿਟ ਚੋਂ ਬਹੁਤ ਸਾਰੀਆਂ ਚੀਜ਼ਾਂ ਬਾਅਦ ਚ ਕਲੀਅਰ ਹੋਈਆਂ ਵੀ, ਪਰ ਗਵਰਨਮੈਂਟ ਆਫ ਇੰਡੀਆ ਹੱਥ ਕਿਉਂ ਘੁੱਟ ਗਈ, ਇਹ ਸਵਾਲ ਵੀ ਕਾਫੀ ਵੱਡਾ ਹੈ। ਜੁਡੀਸ਼ਰੀ ਦੀ ਇੱਕ ਖਬਰ ਨੇ ਭਰਵੱਟੇ ਚੱਕੇ ਨੇ, ਸਿਆਸੀ ਬੰਦਿਆਂ ਨਾਲ ਜੁੜਿਆ, ਜਿਹਦੇ ਵਿੱਚ ਕੇਸ ਬੰਦ ਹੋ ਗਿਆ ਲੇਕਿਨ ਸ਼ੱਕ ਪਾਇਆ ਗਿਆ ਕਿ ਬੰਦ ਕਿਉਂ ਕਰਤੇ ਗਏ। ਸਾਡੇ ਪੰਜਾਬ ਦੇ ਵਿੱਚ ਵੱਡੇ ਸਿਆਸਤਦਾਨਾਂ ਨਾਲ ਜੁੜੇ ਕੇਸ, ਆਮਦਨ ਤੋਂ ਵੱਧ ਜਾਇਦਾਦ ਦੇ ਔਰ ਸਿਟੀ ਸੈਂਟਰ ਤੋਂ ਯਾਦ ਹੋਣਾ ਹੈ, ਉਹ ਮਾਮਲੇ ਵੀ ਚੁੱਪ ਚਪੀਤੇ ਬੰਦ ਹੋ ਗਏ ਸੀ। ਕਦੇ ਇੱਧਰ ਵੀ ਨਜ਼ਰ ਆਊਗੀ। ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਹੋਇਆ ਸੀ ਪਿਛਲੇ ਦਿਨਾਂ 'ਚ, ਹੁਣ ਇੱਕ ਇਸ਼ਤਿਹਾਰ ਛਪਦਾ ਹੈ, ਵੋਟਾਂ ਬਣਾਉਣ ਸੰਬੰਧੀ ਸ਼ਰਤਾਂ ਵੀ ਤੈਅ ਨੇ। ਸਾਡੇ ਪੰਜਾਬ ਵਾਲੇ ਹਾਰੋਂ ਸਾਹਿਬ ਆਖਰ ਖਾਮੋਸ਼ ਕਿਉਂ ਨੇ? ਪੰਜਾਬ ਦੇ ਵਿੱਚ ਪਾਣੀਆਂ ਦੀ ਸਥਿਤੀ ਦਾ ਜ਼ਰੂਰ ਜ਼ਿਕਰ ਕਰਾਂਗੇ, ਡੈਮਾਂ ਦੀ ਸਥਿਤੀ ਕੀ ਹੈ। ਸਭ ਤੋਂ ਪਹਿਲਾਂ ਭਾਸਕਰ ਸਾਹਿਬ ਸਾਂਝ ਪਾਇਓ, ਤੁਹਾਡੇ ਜਲੰਧਰ ਦੇ ਨੇੜੇ ਜੰਗੇ ਆਜ਼ਾਦੀ ਯਾਦਗਾਰ ਜਿਹਦਾ ਮਾਮਲਾ ਬਹੁਤ ਦੇਰ ਤੋਂ ਭਖਿਆ ਹੋਇਆ, ਪਿਛਲੇ ਦਿਨਾਂ ਦੇ ਵਿੱਚ ਇਹਨੇ ਬਹੁਤ ਸੁਰਖੀਆਂ ਬਟੋਰੀਆਂ, ਸਿਆਸੀ ਉਥਲ ਪੁਥਲ ਵੀ ਹੋਈ ਇਹਦੇ ਨਾਲ। ਜਦੋਂ ਕੱਲ ਸੁਣਵਾਈ ਹੁੰਦੀ ਹੈ ਤਾਂ ਕਿਹੜੇ ਤੱਥ ਪ੍ਰਸਤੁਤ ਹੁੰਦੇ ਆ ਤੇ ਕਿਸ ਤਰੀਕੇ ਨਾਲ ਗੱਲ ਅੱਗੇ ਵੱਧਦੀ ਹੈ? ਸਾਂਝ ਪਾਓ ਰੰਧਾਵਾ ਜੀ, ਮਈ ਦੇ ਮਹੀਨੇ ਦੇ ਵਿੱਚ ਸੀਬੀਆਈ ਜਿਹੜਾ ਵਿਜੀਲੈਂਸ ਬਿਊਰੋ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਔਰ ਮਈ 29 ਨੂੰ ਬਰਜਿੰਦਰ ਸਿੰਘ ਹਮਦਰਦ ਜਿਹੜੇ ਪ੍ਰਧਾਨ ਨੇ ਮੈਨੇਜਿੰਗ ਕਮੇਟੀ ਜੰਗੇ ਆਜ਼ਾਦੀ ਮੈਮੋਰੀਅਲ ਦੇ, ਉਹਨਾਂ ਨੂੰ ਸੰਮਨ ਭੇਜੇ ਸੀਗੇ, ਸੱਦਿਆ ਸੀਗਾ। ਪ੍ਰਧਾਨ ਸੀਗੇ ਬਿਲਕੁਲ ਪ੍ਰਧਾਨ ਸੀਗੇ, ਕਿਉਂਕਿ ਅਪ੍ਰੈਲ 10 ਦੇ ਵਿੱਚ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਸੀਗਾ ਔਰ ਉਹ ਗਏ ਤੇ ਨਹੀਂ ਸੀ, ਪਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆਪਣੀ ਇੱਕ ਪਟੀਸ਼ਨ ਪਾਤੀ ਸੀ ਜਿਹਦੇ ਵਿੱਚ ਇਹ ਸਾਰੀ ਇਨਵੈਸਟੀਗੇਸ਼ਨ ਸੀਬੀਆਈ ਨੂੰ ਹੈਂਡਓਵਰ ਕਰਨ ਦੀ ਇੱਕ ਮੰਗ ਕੀਤੀ ਸੀ। ਹਾਲਾਂਕਿ ਅਦਾਲਤ ਨੇ ਉਸ ਵਕਤ ਸੀਬੀਆਈ ਨੂੰ ਹੈਂਡਓਵਰ ਕਰਨ ਦੀ ਮੰਗ ਨੂੰ ਤੇ ਨਹੀਂ ਮੰਨਿਆ ਸੀਗਾ, ਪਰ ਹਾਂ ਪੰਜਾਬ ਦੇ ਵਿਜੀਲੈਂਸ ਵਿਭਾਗ ਨੂੰ ਇਹ ਇੱਕ ਜ਼ਰੂਰ ਨਿਰਦੇਸ਼ ਦਿੱਤੇ ਸੀਗੇ ਕਿ 7 ਦਿਨ FIR ਦਰਜ ਕਰਨ ਤੋਂ 7 ਦਿਨ ਪਹਿਲੇ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ ਦੱਸਿਆ ਜਾਏ ਔਰ ਇਹਨਾਂ ਨੂੰ ਇੱਕ ਕੁਐਸਚਨੇਅਰ ਭੇਜਿਆ ਜਾਏ ਜਿਹਦੇ ਜਵਾਬ ਦੇ ਵਿੱਚ ਉਹ ਬੇਸ਼ੱਕ ਉਹਨਾਂ ਨੂੰ ਸੰਬੰਧ ਨਾ ਵੀ ਕਰੋ ਲੇਕਿਨ ਉਸ ਕੁਐਸਚਨੇਅਰ ਦਾ ਜਵਾਬ ਜ਼ਰੂਰ ਦੇਣਗੇ। ਉਸ ਤੋਂ ਬਾਅਦ 3 ਨੋਟਿਸ ਉਹ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ ਹੋਏ, ਪਰ ਇੱਕ ਵੀ ਵਾਰ ਉਹ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਏ ਔਰ ਨਾ ਹੀ ਉਹਨਾਂ ਨੇ ਉਸ ਕੁਐਸਚਨੇਅਰ ਦਾ ਜਵਾਬ ਵਿਜੀਲੈਂਸ ਬਿਊਰੋ ਦੇ ਹਿਸਾਬ ਨਾਲ ਸੈਟੀਸਫੈਕਟਰੀ ਤਰੀਕੇ ਨਾਲ ਦਿੱਤਾ। ਔਰ ਕੱਲ ਉਸ ਪਟੀਸ਼ਨ ਦੇ ਉੱਤੇ ਹੀਅਰਿੰਗ ਸੀਗਾ। ਹੀਅਰਿੰਗ ਦੇ ਵਿੱਚ ਗੌਰਵ ਗਰਗ ਧੁਰੀਵਾਲਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਗੇ ਔਰ ਉਹਨਾਂ ਨੇ ਕੋਰਟ ਦੇ ਵਿੱਚ ਇਹ ਗੱਲ ਕਹੀ ਕਿ ਹਾਲਾਂਕਿ ਇਹਨਾਂ ਨੂੰ ਕੁਐਸਚਨੇਅਰ ਭੇਜਿਆ ਸੀਗਾ ਤਾਂ ਵੀ ਇਹਨਾਂ ਨੇ ਜਵਾਬ ਨਹੀਂ ਦਿੱਤਾ ਔਰ ਜਿਸ ਤਰੀਕੇ ਨਾਲ ਜਿਹੜੇ ਪਟੀਸ਼ਨਰ ਯਾਨੀ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਵਕੀਲ ਸੀ, ਉਹਨਾਂ ਨੇ ਕਿਹਾ ਕਿ ਜਿਹੜਾ ਕੁਐਸਚਨੇਅਰ ਭਾਵੇਂ ਕੋਈ ਭੇਜਿਆ ਉਹਦੇ ਵਿੱਚ ਸਵਾਲ ਇੰਨੇ ਕੁ ਪੁੱਛੇ ਹੈਗੇ ਨੇ ਜਿਹਦਾ ਜਵਾਬ ਬਿਨਾਂ ਰਿਕਾਰਡ ਨੂੰ ਚੈੱਕ ਕੀਤੇ ਹੋਏ ਨਹੀਂ ਦਿੱਤਾ ਜਾ ਸਕਦਾ। ਔਰ ਜਿਸ ਤਰ੍ਹਾਂ ਕਿ ਅਪ੍ਰੈਲ 10 ਨੂੰ ਬਰਜਿੰਦਰ ਸਿੰਘ ਹਮਦਰਦ ਉਹਨਾਂ ਉਸ ਪੋਸਟ ਤੋਂ ਰਿਜ਼ਾਈਨ ਕਰ ਗਏ ਸੀ, ਛੱਡ ਗਏ ਸੀ ਔਰ ਹੁਣ ਉਹਨਾਂ ਦੀ ਪੋਜੀਸ਼ਨ ਦੇ ਵਿੱਚ ਉਹ ਰਿਕਾਰਡ ਨਹੀਂ ਹੈਗਾ ਜਿਹਦੇ ਵਿੱਚ ਉਹਨਾਂ ਕੁਐਸਚਨਰਾਂ ਦੇ ਪੁਆਇੰਟਸ ਦੇ ਉੱਤੇ ਜਵਾਬ ਦੇਣਾ ਹੈ। ਉਹ ਕਹਿੰਦੇ ਸਾਨੂੰ ਅਲਾਉ ਕੀਤਾ ਗਿਆ 50 ਤੋਂ 100 ਪੰਨੇ ਦਾ ਰਿਕਾਰਡ ਰੋਜ਼ ਚੈੱਕ ਕਰਨ ਦਾ ਔਰ ਟੋਟਲ ਰਿਕਾਰਡ ਹੈਗਾ 10,000 ਤੋਂ ਲੈ ਕੇ 15,000 ਪੰਨਿਆਂ ਦਾ। ਤੇ ਇਦਾਂ ਦੇ ਹਾਲਾਤ ਦੇ ਵਿੱਚ ਕੁਐਸਚਨੇਅਰ ਦਾ ਜਵਾਬ ਤਦ ਤੱਕ ਨਹੀਂ ਦਿੱਤਾ ਜਾਂਦਾ ਜਦ ਤੱਕ ਸਾਨੂੰ ਰਿਕਾਰਡ ਉਪਲਬਧ ਨਾ ਹੋਏ। ਇਹ ਸਾਰੀ ਗੱਲਾਂ ਦੇ ਉੱਤੇ ਗੱਲ ਤੇ ਚੱਲੀ ਹੈ। ਪਰ ਹਾਂ, ਗੌਰਵ ਗਰਗ ਧੁਰੀਵਾਲਾ ਦੀ ਜਿਹੜੀ ਗੱਲ ਕੀਤੀ ਹੈ ਉਹ ਕਹਿੰਦੇ ਅਗਲੀ ਡੇਟ ਅਕਤੂਬਰ 11 ਨੂੰ ਉਹਨਾਂ ਸਾਰੀ ਇਰੈਗੂਲਰਿਟੀਜ਼ ਨੂੰ ਡਿਟੇਲ ਦੇ ਵਿੱਚ ਆਪਾਂ ਕੋਰਟ ਦੇ ਸਾਹਮਣੇ ਪੇਸ਼ ਕਰਾਂਗੇ, ਕਿਉਂਕਿ 10 ਗੈਲਰੀਆਂ ਨੂੰ ਬਣਾਉਣ ਦੇ ਆਰਡਰ ਦੀ ਗੱਲ ਜਿਹਦੇ ਵਿੱਚੋਂ 6 ਗੈਲਰੀਆਂ ਹੀ ਬਣਾਈ ਗਈ ਸੀ ਔਰ 4 ਗੈਲਰੀ ਦੀ ਪੇਮੈਂਟ ਕਰ ਦਿੱਤੀ ਗਈ ਸੀ ਔਰ ਏਦਾਂ ਦੀ ਕਈ ਇਰੈਗੂਲਰਿਟੀਜ਼ ਦੀ ਗੱਲ ਪਿਛਲੇ ਵਿਜੀਲੈਂਸ ਦੇ ਸੰਬੰਧ ਦੇ ਵਿੱਚ ਕੀਤੀ ਗਈ ਸੀ। ਹੁਣ ਇਸ ਗੱਲ ਦੇ ਉੱਤੇ ਕੋਰਟ ਦੇ ਵਿੱਚ ਹੀਅਰਿੰਗ ਹੋਏਗੀ ਔਰ ਇਹ ਵੀ ਲੱਗਦਾ ਹੈ ਕਿ ਵਿਜੀਲੈਂਸ ਬਿਊਰੋ ਹੁਣ ਕੋਈ ਨਵਾਂ ਫਰੈਸ਼ ਸੰਬੰਧ ਭੇਜਣ ਤੋਂ ਪਹਿਲੇ
ਕੋਰਟ ਦੇ ਵਿੱਚ ਇਹਨਾਂ ਗੱਲਾਂ ਨੂੰ ਅੱਗੇ ਲੈ ਕੇ ਜਾਏਗੀ। ਕਿਉਂਕਿ ਤੁਸੀਂ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਵੈਬਸਾਈਟ ਤੇ ਜਾਂਦੇ ਹੋ ਤਾਂ ਉੱਥੇ ਇਹ ਕੇਸ ਦਾ ਨੰਬਰ ਤੁਸੀਂ ਭਰਨੇ ਹੋ, ਉਹਦੇ ਵਿੱਚ ਅਗਲੀ ਤਰੀਕ 11 ਅਕਤੂਬਰ ਦੀ ਹੈ। ਹਾਲਾਂਕਿ ਡਿਟੇਲਡ ਆਰਡਰ ਅਜੇ ਨਹੀਂ ਆਇਆ, ਵੈਬਸਾਈਟ ਤੇ ਅਪਲੋਡ ਨਹੀਂ ਕੀਤਾ ਗਿਆ, ਜਿਹੜਾ ਬਾਅਦ ਦੇ ਵਿੱਚ ਕੀਤਾ ਜਾਣਾ ਹੈ। ਇਹਦੇ ਵਿੱਚ ਪਟੀਸ਼ਨਰ ਯਾਨੀ ਬਰਜਿੰਦਰ ਸਿੰਘ ਹਮਦਰਦ ਵੱਲੋਂ ਮੰਗ ਇਹ ਕੀਤੀ ਗਈ ਹੈ ਕਿ ਇਸ ਕੇਸ ਨੂੰ CBI ਦੇ ਹਵਾਲੇ ਕੀਤਾ ਜਾਵੇ। ਇੱਥੇ ਨਿਰਪੱਖ ਜਾਂਚ ਦੀ ਉਮੀਦ ਨਹੀਂ ਹੈ। ਤੁਹਾਨੂੰ ਯਾਦ ਹੀ ਹੋਣਾ ਕਿ ਇਸ ਤੋਂ ਪਹਿਲਾਂ ਉਹ ਗਵਰਨਰ ਨੂੰ ਵੀ ਪੱਤਰ ਲਿਖਦੇ ਆ, ਜਿਹਦੇ ਵਿੱਚ ਉਹ ਸਾਫ਼ ਕਰਦੇ ਆ ਕਿ ਅਖਬਾਰ ਨਾਲ, ਅਜੀਤ ਅਖਬਾਰ ਸਮੂਹ ਨਾਲ ਪੱਖਪਾਤ ਕੀਤਾ ਜਾ ਰਿਹਾ। ਉਹ ਕਿਉਂਕਿ ਪ੍ਰਬੰਧਕੀ ਸੰਪਾਦਕ ਨੇ ਇਹਦੇ, ਇਸ ਕਰਕੇ ਉਹਨਾਂ ਨਾਲ ਵੀ ਜ਼ਿਆਦਤੀ ਕੀਤੀ ਜਾ ਰਹੀ ਹੈ ਬਾਕੀ ਸਾਰੇ ਮਾਮਲੇ। ਔਰ ਉਹਨਾਂ ਨੇ ਉਦੋਂ ਇਹ ਵੀ ਸ਼ੱਕ ਜ਼ਾਹਰ ਕੀਤਾ ਸੀ ਕਿ ਮੇਰਾ ਨੁਕਸਾਨ ਕੀਤਾ ਜਾ ਸਕਦਾ, ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਉਦੋਂ ਅਜੇ ਕੇਸ ਪ੍ਰੋਪਰ ਅੱਗੇ ਵਧਿਆ ਨਹੀਂ ਸੀ, ਲੇਕਿਨ ਹੁਣ ਜਿਸ ਦਿਸ਼ਾ 'ਚ ਜਾ ਰਿਹਾ, ਇਹਨੇ ਪੋਲੀਟੀਕਲ ਹੀਟ ਵੀ ਵਧਾਈ ਸੀਗੀ ਜਦੋਂ ਸਾਰੇ ਦੇ ਸਾਰੇ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਲੰਧਰ ਦੇ ਵਿੱਚ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿੱਚ ਗਈਆਂ ਸੀਗੀਆਂ। ਸੋ ਇਹ ਸਾਰਾ ਮਾਮਲਾ ਹੁਣ ਅੱਗੇ ਕਿਵੇਂ ਵਧੇਗਾ ਇਹ ਕਾਫੀ ਅਹਿਮ ਰਹੇਗਾ, ਲੇਕਿਨ ਤਰੀਕ ਥੋੜੀ ਲੰਬੀ ਹੈ। ਔਰ ਇਹ ਰਿਕਾਰਡ ਕਦੋਂ ਤੱਕ ਬਰਜਿੰਦਰ ਸਿੰਘ ਹਮਦਰਦ ਦੇ ਵਕੀਲ ਪ੍ਰੋਪਰ ਇਹਨੂੰ ਪੜ੍ਹ ਕੇ ਤੇ ਜਵਾਬ ਦੇ ਸਕਣਗੇ, ਇਹ ਗੱਲ ਇੰਦਰਪ੍ਰੀਤ ਜੀ ਅਹਿਮ ਇਸ ਕਰਕੇ ਵੀ ਆ ਕਿ ਇੱਕ ਵੱਡੇ ਅਖਬਾਰ ਸਮੂਹ ਦੇ ਪ੍ਰਬੰਧਕੀ ਸੰਪਾਦਕ ਦਾ ਮਾਮਲਾ, ਭਾਵੇਂ ਕਿ ਅਖਬਾਰ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਉਹ ਕਹਿੰਦੇ ਕਿ ਸਾਡੀ ਅਖਬਾਰ ਦੇ ਇਸ਼ਤਿਹਾਰ ਵੀ ਗੈਰ ਜ਼ਰੂਰੀ ਤਰੀਕੇ ਨਾਲ ਬੰਦ ਕੀਤੇ ਹੋਏ ਆ। ਇੱਕ ਛੋਟੀ ਜਿਹੀ ਟਿੱਪਣੀ ਦੇ ਦਿਓ, ਪਰ ਨਾਲ ਦੀ ਨਾਲ ਹੀ ਗਵਰਨਮੈਂਟ ਕਈ ਵਾਰੀ ਆਪਣੀਆਂ ਹੀ ਕਮੇਟੀਆਂ ਜਿਹੜੀਆਂ ਬੜੀਆਂ ਅਹਿਮ ਹੁੰਦੀਆਂ, ਵਿਜੀਲੈਂਸ ਕਮੇਟੀ ਜਿਹੜੀ SC ਮਾਮਲਿਆਂ ਨੂੰ ਦੇਖਦੀ ਆ, ਉਹਦੀ ਮੀਟਿੰਗ ਕਰਨਾ ਹੀ ਭੁੱਲ ਗਈ। ਇਹ ਵੀ ਨਾਲ ਮਾਮਲਾ ਜ਼ਰੂਰ ਲੈਣ। ਰੰਧਾਵਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਸ਼ਤਿਹਾਰ ਨਹੀਂ ਦਿੱਤੇ ਜਾ ਰਹੇ, ਤਾਂ ਦੇਖੋ ਇਹ ਕੋਈ ਮਾਮਲਾ ਨਵਾਂ ਨਹੀਂ ਹੈ, ਇਹ ਸਰਕਾਰ ਦਾ ਨਹੀਂ ਹੈ। ਇਸ ਤੋਂ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਇਹੀ ਹੁੰਦਾ ਰਿਹਾ। ਮਤਲਬ ਜੇ ਪਰ ਤੁਸੀਂ 10 ਸਾਲ ਦਾ ਅਕਾਲੀ ਦਲ ਦਾ ਉਹ ਦੇਖੋ ਤਾਂ ਉਦੋਂ ਵੀ ਜਿਹੜਾ ਸਪੋਕਸਮੈਨ ਅਖਬਾਰ ਨੂੰ ਇਸੇ ਤਰ੍ਹਾਂ ਹੀ ਟ੍ਰੀਟ ਕੀਤਾ ਜਾਂਦਾ ਰਿਹਾ ਹੈ। ਗੱਲ ਇਹ ਹੈ ਕਿ ਜਦੋਂ ਮਤਲਬ ਜਾਂ ਤਾਂ ਸਾਰੇ ਜਿੰਨੇ ਵੀ ਅਖਬਾਰ ਨੇ ਇਕੱਠੇ ਹੋ ਕੇ ਇਹ ਲੜਾਈ ਲੜਨ ਔਰ ਇੱਕ ਨੀਤੀ ਬਣਾਈ ਜਾਏ ਇਸ ਤੇ ਵੀ। ਇਸ਼ਤਿਹਾਰ ਜਿਹੜੇ ਗਵਰਨਮੈਂਟ ਵਾਲੇ ਹੈਗੇ ਆ ਉਹ ਆਖਿਰ ਦਿੱਤੇ ਕਿਵੇਂ ਜਾਣੇ ਆ? ਜੇ ਅਸੀਂ ਗਵਰਨਮੈਂਟ ਦੀ ਡਿਸਕ੍ਰਿਪਸ਼ਨ ਤੇ ਛੱਡ ਦਿੰਦੇ ਆ ਤਾਂ ਗਵਰਨਮੈਂਟ ਪੋਲੀਟੀਕਲ ਪਾਰਟੀਆਂ ਸਰਕਾਰਾਂ ਬਣਾਉਂਦੀਆਂ ਨੇ, ਪੋਲੀਟੀਕਲ ਪਾਰਟੀਆਂ ਫਿਰ ਅਖਬਾਰਾਂ ਨੂੰ ਆਪਣੇ ਤਰੀਕੇ ਨਾਲ ਹੀ ਯੂਜ਼ ਕਰਦੀਆਂ। ਸੋ ਇਹਦੇ ਉੱਤੇ ਇੱਕ ਪਾਲਿਸੀ ਦੀ ਲੋੜ ਹੈਗੀ ਹੈ, ਕਿਉਂਕਿ ਜਦੋਂ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਵਿਰੋਧ 'ਚ ਹੁੰਦੀਆਂ ਨੇ ਉਦੋਂ ਤਾਂ ਜ਼ਰੂਰ ਉਹ ਮੀਡੀਆ ਦੀ ਗੱਲਾਂ ਕਰਦੀਆਂ। ਕੱਲ ਮੈਂ ਪਰਸੋਂ ਦੇਵੀਗੜ੍ਹ ਵਾਲੇ ਮਾਮਲੇ 'ਚ ਸੁਖਬੀਰ ਬਾਦਲ ਨੂੰ ਵੀ ਸੁਣ ਰਿਹਾ ਸੀ, ਜਦੋਂ ਉਹ ਬਹੁਤ ਉੱਚੀ ਉੱਚੀ ਰੌਲਾ ਪਾ ਕੇ ਕਹਿ ਰਹੇ ਸੀ ਕਿ ਮੀਡੀਆ ਨੂੰ ਨਿਰਪੱਖ ਹੋ ਕੇ ਚੱਲਣਾ ਚਾਹੀਦਾ ਹੈ। ਤਾਂ ਜਦੋਂ ਇਹ ਗੱਲਾਂ ਕਰਦੇ ਆ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਉਹ ਆਪਣਾ ਟਾਈਮ ਵੀ ਯਾਦ ਕਰ ਲੈਣਾ ਚਾਹੀਦਾ ਕਿ ਜਦੋਂ ਉਹ ਸੀਗੇ ਤੇ ਉਹ ਕਿਸ ਤਰ੍ਹਾਂ ਟ੍ਰੀਟ ਕਰਦੇ ਰਹੇ ਆ। ਸੋ ਇਹ ਗੱਲਾਂ ਨੀਤੀਗਤ ਨੇ ਤੇ ਨੀਤੀਗਤ ਫੈਸਲੇ ਹੀ ਇਸ ਤੇ ਹੋਣੇ ਚਾਹੀਦੇ ਆ ਔਰ ਸਾਰੀਆਂ ਧਿਰਾਂ ਨੂੰ ਇਕੱਠਾ ਹੋ ਕੇ ਹੀ ਇਹਦੇ ਉੱਤੇ ਖੜਨਾ ਚਾਹੀਦਾ। ਦੂਜੀ ਗੱਲ ਜਿਹੜੀ ਬੜੀ ਇੰਟਰਸਟਿੰਗ ਹੈਗੀ ਆ, ਉਹ ਜਿਹੜੀ ਤੁਸੀਂ ਕਿਹਾ ਵਿਜੀਲੈਂਸ ਕਮੇਟੀ ਦੀ ਜਿਹੜੀ ਮੀਟਿੰਗ ਹੈ। ਦੇਖੋ, ਪੰਜਾਬ ਰੰਧਾਵਾ ਸਾਹਿਬ ਸਭ ਤੋਂ ਜ਼ਿਆਦਾ SC ਪਾਪੂਲੇਸ਼ਨ ਵਾਲਾ ਸੂਬਾ ਹੈਗਾ। 33% ਦੇ ਕਰੀਬ ਆਬਾਦੀ ਜਿਹੜੀ ਹੈ ਪੰਜਾਬ ਦੀ ਉਹ SC ਵਰਗ ਨਾਲ ਸੰਬੰਧਿਤ ਹੈ। ਪਰ ਉਹ ਜੇਕਰ ਉਹਨਾਂ ਦੇ ਲਈ ਨੀਤੀਆਂ ਦੀ ਗੱਲ ਕਰੀਏ ਜਾਂ ਉਹਨਾਂ ਦੀ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਉਹ ਜਿੰਨੇ ਵੀ ਸੰਸਥਾਨ ਬਣਾਏ ਨੇ ਉਹ ਸਾਰੇ ਦੇ ਸਾਰੇ ਜਿਵੇਂ ਕਹਿੰਦੇ ਆ ਵੀ ਪੈਰਾਲਾਈਜ਼ਡ ਕਰਤੇ ਹੈ, ਕੋਈ ਕੰਮ ਨਹੀਂ ਕਰ ਰਿਹਾ ਇਸ ਟਾਈਮ। ਇਹਨਾਂ ਵਿੱਚੋਂ ਇੱਕ ਸਭ ਤੋਂ ਹਾਈ ਪਾਵਰਡ ਜਿਹਨੂੰ ਕਹਿੰਦੇ ਹੁੰਦੇ ਆ ਉਹ ਹੈਗੀ ਹੈ ਵਿਜੀਲੈਂਸ ਕਮੇਟੀ। ਇਹ ਜਿਹੜੀ ਚੀਫ ਮਿਨਿਸਟਰ ਦੇ ਅਧੀਨ ਬਣੀ ਹੋਈ ਹੈ। ਇਸ 'ਚ 2 ਤੋਂ 3 ਮਿਨਿਸਟਰ ਨੇ, 4-5 MLAs ਨੇ ਔਰ 4-5 ਹੀ ਮੈਂਬਰ ਪਾਰਲੀਮੈਂਟ ਵੀ ਨੇ ਜਿਹੜੇ SC ਵਰਗ ਨਾਲ ਸੰਬੰਧਿਤ ਨੇ। ਤੁਸੀਂ ਦੇਖੋ ਵੀ ਹਰ 6 ਮਹੀਨੇ ਬਾਅਦ ਇਹ ਕਮੇਟੀ ਦਾ ਬੈਠਣਾ ਮੈਂਡੇਟਰੀ ਹੈ ਔਰ ਉਹਦੇ ਵਿੱਚ ਜਿੰਨੇ ਵੀ ਮਤਲਬ ਇਹਨਾਂ ਨਾਲ ਸੰਬੰਧਿਤ ਇਸ਼ੂਜ਼ ਨੇ SC ਵਰਗ ਨਾਲ ਸੰਬੰਧਿਤ, ਚਾਹੇ ਉਹ ਨੀਤੀਗਤ ਹੋਣ, ਚਾਹੇ ਉਹ ਆਰਥਿਕਤਾ ਦੇ ਪੱਖ ਤੋਂ ਹੋਣ, ਚਾਹੇ ਯੋਜਨਾਵਾਂ ਦੇ ਪੱਖ ਤੋਂ ਹੋਣ, ਚਾਹੇ ਉਹਨਾਂ ਨੂੰ ਜਿਹੜੇ ਮਤਲਬ SC ST ਦੇ ਕੇਸ ਨੇ ਉਹਨਾਂ ਦੇ ਵਿੱਚ ਸੁਣਵਾਈਆਂ ਦੇ ਪੱਖ ਤੋਂ ਹੋਣ, ਕਿਸੇ ਵੀ ਤਰ੍ਹਾਂ ਦੇ ਹੋਣ, ਉਹ ਸਾਰੇ ਦੇ ਸਾਰੇ ਇਸ ਦੇ ਵਿੱਚ ਆਉਂਦੇ ਆ ਔਰ ਚੀਫ ਮਿਨਿਸਟਰ ਜਿਹੜੇ ਹੈਗੇ ਆ ਉਹ ਡਾਇਰੈਕਟ ਕਰਦੇ ਆ ਡਿਪਾਰਟਮੈਂਟਾਂ ਨੂੰ, ਜਿਹੜੇ ਵੀ ਇਹਨਾਂ ਨਾਲ ਸੰਬੰਧਿਤ ਨੇ ਉਹਨਾਂ ਨੂੰ ਸਾਰਿਆਂ ਨੂੰ ਡਾਇਰੈਕਟ ਕਰਦੇ ਕਿ ਇਸ ਤੇ ਐਕਟ ਕਰੋ। ਪਰ ਹੁਣ ਇਸ ਸਰਕਾਰ ਨੂੰ ਵੀ ਲਗਭਗ 1.5 ਸਾਲ ਹੋਣ ਵਾਲਾ ਹੋ ਗਿਆ। 1.5 ਸਾਲ ਦੇ ਵਿੱਚ ਇੱਕ ਵੀ ਮੀਟਿੰਗ ਨਹੀਂ ਹੋਈ, ਜਦਕਿ ਲਗਭਗ 3 ਮੀਟਿੰਗਾਂ ਤਾਂ ਬਣਦੀਆਂ ਸੀ ਵੀ 3 ਮੀਟਿੰਗਾਂ ਹੋ ਜਾਣੀਆਂ ਚਾਹੀਦੀਆਂ। ਮੈਂ ਇਹ ਵੀ ਕਹਿ ਦਿੰਦਾ ਵੀ ਚਲੋ ਇੱਕ ਮੀਟਿੰਗ, ਜੋ ਸਰਕਾਰ ਨਵੀਂ ਹੁੰਦੀ ਹੈ ਤਾਂ ਕਈ ਵਾਰ ਬਹੁਤ, ਔਰ ਕਿਉਂਕਿ ਇਹ ਤਾਂ ਬਿਲਕੁਲ ਹੀ ਨਵੇਂ ਨੇ
ਕਈ ਵਾਰ ਨਹੀਂ ਪਤਾ ਹੁੰਦਾ, ਲੇਕਿਨ ਉਸ ਤੋਂ ਬਾਅਦ ਜਦੋਂ ਟਾਈਮ ਲੰਘ ਜਾਂਦਾ ਉਸ ਤੋਂ ਬਾਅਦ ਤਾਂ ਘੱਟੋ ਘੱਟ ਕੀਤੀਆਂ ਜਾ ਸਕਦੀਆਂ ਨੇ। ਇੱਕ ਵੀ ਮੀਟਿੰਗ ਹਜੇ ਤੱਕ ਇਸ ਦੀ ਨਹੀਂ ਹੋਈ। ਔਰ ਜਦੋਂ ਅਸੀਂ ਮੀਟਿੰਗ ਇਹ ਕਮੇਟੀ ਨੂੰ ਦੇਖ ਰਹੇ ਸੀਗੇ ਕਿ ਕਮੇਟੀ 'ਚ ਹੈ ਕੌਣ ਕੌਣ, ਉਦੋਂ ਵੀ ਬੜਾ ਇੰਟਰਸਟਿੰਗ ਚੀਜ਼ਾਂ ਆਈਆਂ ਵੀ ਬਹੁਤ ਸਾਰੇ ਕਮੇਟੀ ਦੇ ਮੈਂਬਰਸ ਜਾਂ ਤਾਂ ਫੌਤ ਹੋ ਗਏ, ਸਪੋਜ਼ ਜਿਵੇਂ ਚੌਧਰੀ ਸੰਤੋਖ ਨੇ, ਉਹ ਤਾਂ ਹੁਣ ਦੁਨੀਆ 'ਚ ਨਹੀਂ ਰਹੇ, ਪਰ ਉਹ ਕਮੇਟੀ ਦੇ ਮੈਂਬਰ ਹਜੇ ਵੀ ਉਹਦੇ ਵਿੱਚ ਲਿਖਿਆ ਹੋਇਆ ਉਹਨਾਂ ਦਾ ਨਾਮ। ਇਸ ਤਰ੍ਹਾਂ ਹੀ ਬਲਕਾਰ ਸਿੰਘ ਨੇ, ਉਹਨਾਂ ਨੇ ਐਜ਼ MLA ਲਿੱਤਾ ਹੋਇਆ ਜਦਕਿ ਉਹ ਹੁਣ ਮਿਨਿਸਟਰ ਬਣ ਗਏ ਹੈ। ਸੋ ਕਈ ਮਤਲਬ ਇਹਦਾ ਮਤਲਬ ਹੈ ਕਿ ਡਿਪਾਰਟਮੈਂਟ ਇਸ ਚੀਜ਼ ਨੂੰ ਅਪਡੇਟ ਵੀ ਨਹੀਂ ਕਰ ਰਿਹਾ। ਮੀਟਿੰਗ ਤਾਂ ਦੂਰ ਦੀ ਗੱਲ ਹੈ, ਘੱਟੋ ਘੱਟ ਅਪਡੇਟ ਤਾਂ ਕਰਕੇ ਰੱਖਣ ਵੀ ਕਮੇਟੀ ਆਹ ਕਮੇਟੀ ਹੈ, ਤਾਂ ਹੀ ਸਰਕਾਰ ਨੂੰ ਜਿਹੜਾ ਹੈ ਪੁਸ਼ ਕੀਤਾ ਜਾ ਸਕਦਾ ਹੈ ਵੀ ਇਸ ਤੇ ਮੀਟਿੰਗ ਕਰਨੀ ਬਣਦੀ ਹੈ, ਚੀਫ ਮਿਨਿਸਟਰ ਸਾਹਿਬ ਕੋਈ ਟਾਈਮ ਦਿਓ। ਲੇਕਿਨ ਮੈਨੂੰ ਲੱਗਦਾ ਕਿ ਸ਼ਾਇਦ ਡਿਪਾਰਟਮੈਂਟ ਨੂੰ ਵੀ ਭੁੱਲ ਗਿਆ ਇਹ ਕਿ ਅਸੀਂ ਇਹ ਮੀਟਿੰਗ ਕਰਵਾਉਣੀ ਹੁੰਦੀ ਹੈ। ਦਰਅਸਲ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਗਵਰਨਮੈਂਟ ਨਵੀਂ ਹੈ, ਗਵਰਨਮੈਂਟ ਚਲਾਉਣ ਵਾਲੇ ਤੇ ਨਵੇਂ ਨਹੀਂ, ਬਿਊਰੋਕ੍ਰੇਸੀ ਤੇ ਨਵੀਂ ਨਹੀਂ, ਉਹਨਾਂ ਦੀ ਰੂਟੀਨ ਫੰਕਸ਼ਨਿੰਗ ਦੇ ਵਿੱਚ ਇਹ ਸਾਰੇ ਮਾਮਲੇ ਨੇ। ਸੌਂ ਕਿਉਂ ਜਾਂਦੇ ਆ, ਜਾਂ ਫਿਰ ਜਾਣਬੁੱਝ ਕੇ ਸੋਚਿਆ ਜਾਂਦਾ ਵੀ ਚਲੋ ਜਿਹੜਾ ਝੱਟ ਘੜੀ ਲੰਘ ਜੇ ਕੀ ਲੋੜ ਆ। ਭਾਸਕਰ ਸਾਹਿਬ ਅੱਗੇ ਵੱਧਦੇ ਆ। ਅਜੇ ਸਿਆਹੀ ਨਹੀਂ ਸੀ ਸੁੱਕੀ ਨਰੋਟ ਜੈਮਲ ਸਿੰਘ ਵਾਲੀ, ਪਠਾਨਕੋਟ ਵਾਲੀ। ਅਜੇ ਵਿਜੀਲੈਂਸ ਨੇ ਇਸ ਜਾਂਚ ਨੂੰ ਪੂਰੇ ਤਰੀਕੇ ਨਾਲ ਸ਼ੁਰੂ ਹੀ ਕਰਨਾ, ਕਿਉਂਕਿ ਜਿੰਨਾ ਚਿਰ ਉਹ ADC ਜਿਹੜੇ ਹੁਣ ਰਿਟਾਇਰ ਹੋ ਗਏ ਡਿਵੈਲਪਮੈਂਟ ਵਾਲੇ, ਜਿੰਨਾ ਚਿਰ ਉਹ ਪੁਲਿਸ ਦੇ ਨਾਲ ਕੋਆਪਰੇਟ ਨਹੀਂ ਕਰਦੇ ਜਾਂ ਹਿਰਾਸਤ ਵਿੱਚ ਨਹੀਂ ਆਉਂਦੇ, ਪੁੱਛਗਿੱਛ ਨਹੀਂ ਹੁੰਦੀ, ਉਹਨਾਂ ਚਿਰ ਕੇਸ ਦੀਆਂ ਤਹਿਾਂ ਤਾਂ ਤੁਰਨੀਆਂ ਹੀ ਨਹੀਂ। ਲੇਕਿਨ ਨਾਲ ਹੀ ਇਹ 100 ਕਰੋੜ ਦਾ ਕਿਹੜਾ ਹੁਣ ਖਲ ਜਗਣ ਨਵਾਂ ਹੈ, ਗੱਲ ਤੋਰ ਕੇ ਦੱਸਿਓ। ਵੈਸੇ ਪਿੰਡਾਂ ਦੀਆਂ ਪੰਚਾਇਤਾਂ ਕੋਲ ਇੰਨੇ ਪੈਸੇ ਆ ਕਿਵੇਂ ਜਾਂਦੇ ਆ? ਜ਼ਰੂਰ ਕੋਈ ਜ਼ਮੀਨ ਅਕਵਾਇਰ ਹੋਈ ਹੋਊਗੀ। ਖੋਲੋ ਕੁੰਡੀ ਜ਼ਰਾ, 240 ਕਰੋੜ ਚੋਂ 100 ਕਰੋੜ ਰੁਪਇਆ ਵਰਤ ਲਿਆ। ਤੁਹਾਡਾ ਮਤਲਬ ਵਿਭਾਗ ਨਾਲ ਰਲ ਕੇ ਵਰਤ ਲਿਆ ਜਾਂ ਵਿਭਾਗ ਨੂੰ ਦੱਸਿਆ ਹੀ ਨਹੀਂ, ਚੁੱਪ ਚਪੀਤੇ ਕਢਾ ਲਏ? ਵੈਸੇ ਤਾਂ BDO ਜਾਂ ਪੰਚਾਇਤ ਸੈਕਟਰੀ ਦੇ ਬਿਨਾ ਪੰਚਾਇਤ ਤੁਰ ਹੀ ਨਹੀਂ ਸਕਦੀ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਔਰ ਹਜੇ ਪਠਾਨਕੋਟ ਦੇ ਵਿੱਚ ਗੋਲ ਪਿੰਡ ਔਰ ਨਰੋਟ ਜੈਮਲ ਸਿੰਘ, ਉੱਥੇ ਦੀ ਹਜੇ ਧੁੱਲ ਬੈਠੀ ਵੀ ਨਹੀਂ ਸੀਗੀ ਤੇ ਇਹ ਨਵਾਂ ਪੰਗਾ ਪੈ ਗਿਆ। ਔਰ ਇੱਥੇ 6 ਪੰਚਾਇਤਾਂ, ਯਾਨੀ ਇੱਕ ਨਹੀਂ ਦੋ ਨਹੀਂ, ਟੋਟਲ 6 ਪੰਚਾਇਤਾਂ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਸਾਈਕਲ ਵੈਲੀ ਵਾਸਤੇ, ਔਰ ਉਹਨਾਂ ਨੂੰ ਮਿਲੇ ਸੀਗੇ 242 ਕਰੋੜ। 986 ਏਕੜ ਜ਼ਮੀਨ ਸੀਗੀ ਜਿਹੜਾ ਇਹਨਾਂ ਪਿੰਡਾਂ ਦੀ ਸੀਗੀ। ਔਰ ਪਿੰਡ ਦੇ ਨਾਂ ਵੀ ਸੁਣ ਲਓ, ਸਲੇਮਪੁਰ, ਸਲਕਾਇਨਾ, ਬੌਨਕਰ, ਗੁਜਰਾ, ਕਦਿਆਣਾ ਖੁਰਦ ਤੇ ਤਨਾਂਸੂ। ਇਹ ਜਿਹੜੇ ਪਿੰਡ ਸੀਗੇ, ਇਹਨਾਂ ਦੇ ਸਰਪੰਚਾਂ ਨੇ ਮਿਲ ਕੇ, ਜਿਹੜੇ ਪੰਚਾਇਤ ਸੈਕਟਰੀ ਹੈਗੇ ਨੇ, ਹੋਰ ਵੀ ਪੰਚਾਇਤ ਵਿਭਾਗ, ਤੁਹਾਨੂੰ ਪਤਾ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਕੋਲ ਹੁੰਦਾ ਸੀ ਉਸ ਵਕਤ, ਤੇ ਉਹਦੇ ਵਿੱਚ ਪੰਚਾਇਤ ਵਿਭਾਗਾਂ ਦੇ ਵਿੱਚ ਬਹੁਤ ਕੁਝ ਏਦਾਂ ਦੀ ਗੱਲਾਂ ਹੋਈਆਂ। ਕਿਉਂਕਿ ਇੱਕ ਤਰਫ ਤੇ ਪੰਚਾਇਤ ਦੇ ਮੰਤਰੀ ਸਾਹਿਬ ਟਰੈਕਟਰ ਤੇ ਚੜ੍ਹ ਕੇ ਜ਼ਮੀਨਾਂ ਤੇ ਕਬਜ਼ੇ ਲੈਣ ਦੀ ਗੱਲ ਕਰਦੇ ਸੀ, ਦੂਜੇ ਪੈਸੇ ਏਦਾਂ ਦੇ ਥੱਲੇ ਘਪਲੇ ਹੋ ਰਹੇ ਸੀਗੇ। ਇਹਨਾਂ ਨੇ ਕੀ ਕੀਤਾ ਕਿ 100 ਕਰੋੜ ਰੁਪਏ ਉਸ ਪੰਚਾਇਤ ਦੇ ਅਕਾਊਂਟ ਤੋਂ ਵਿਡਰਾ ਕਰ ਲਏ। ਹਜੇ ਤੱਕ ਇਹ ਨਹੀਂ ਪਤਾ ਲੱਗਿਆ ਖਰਚੇ ਕਿੱਥੇ ਤੇ ਕਿਹਨੂੰ ਕਿੰਨੇ ਦਿੱਤੇ, ਪਰ ਇਹ ਗੱਲ ਤੈਅ ਵੇ ਕਿ ਇਰੈਗੂਲਰਿਟੀਜ਼ ਜਾਂ ਇਲੀਗਲ ਤਰੀਕੇ ਨਾਲ 100 ਕਰੋੜ ਰੁਪਏ ਖਰਚੇ। ਕਾਰਨ ਕਿ ਜਦ ਪੰਚਾਇਤਾਂ ਏਦਾਂ ਦੇ ਪੈਸੇ ਨੂੰ ਕਢਾਉਂਦੀਆਂ ਤੇ ਉਹ ਪੰਚਾਇਤ ਜਿਹੜੀ ਸ਼ਾਮਲਾਟ ਜ਼ਮੀਨ ਅਗਰ ਕਾਮਨ ਲੈਂਡ ਐਕਵਾਇਰ ਹੋਈ ਹੈ ਤੇ ਉਹਦੇ ਬਦਲੇ ਦੇ ਵਿੱਚ ਕਾਮਨ ਲੈਂਡ ਹੀ ਖਰੀਦੀ ਜਾ ਸਕਦੀ ਹੈ। ਔਰ ਰੂਲ ਹੈ, ਕਹਿੰਦੇ ਨੇ ਕਿ ਉਹਦੀ FD ਕਰਾ ਕੇ ਉਸ FD ਦੇ ਇੰਟਰਸਟ ਨੂੰ ਪੰਚਾਇਤਾਂ ਕਢਾ ਸਕਦੀ ਹੈ ਤੇ ਉਹਦੇ ਰਾਹੀਂ ਡਿਵੈਲਪਮੈਂਟ ਦੇ ਵੈਲਫੇਅਰ ਦੇ ਕੰਮ ਕਰ ਸਕਦੀ ਹੈ। ਪਰ ਇਹਨਾਂ ਨੇ ਤੇ ਅੰਡੇ ਦੀ ਬਜਾਏ ਸਿੱਧਾ ਮੁਰਗੀ ਕਢਾ ਲਈ, ਯਾਨੀ 100 ਕਰੋੜ ਰੁਪਏ ਕਢਾ ਕੇ। ਹਜੇ ਤੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ, ਕੋਈ ਲਾਲਜੀਤ ਭੁੱਲਰ ਉਹਨਾਂ ਨੇ ਕਰਤੀ ਹੈ ਆਰਡਰ ਇਨਵੈਸਟੀਗੇਸ਼ਨ ਵੀ ਦੱਸੋ ਇਹ 100 ਕਰੋੜ ਰੁਪਏ ਗਏ ਕਿੱਥੇ, ਕਿਹਦੀ ਜੇਬ ਵਿੱਚ ਨੇ ਜਾਂ ਕਿਸੇ ਕਿਹੜੇ ਪ੍ਰੋਜੈਕਟ 'ਚ ਲੱਗੇ ਨੇ। ਇਹਦੀ ਇਨਵੈਸਟੀਗੇਸ਼ਨ ਜਦ ਅੱਗੇ ਵਧੂਗੀ ਤੇ ਹੌਲੇ ਹੌਲੇ ਕਰਕੇ ਉਹ ਪਰਤਾਂ ਖੁੱਲਣਗੀਆਂ, ਜਿੱਦਾਂ ਗੋਲ ਪਿੰਡ ਦੀ ਹੁਣ ਖੁੱਲਣੀ ਸ਼ੁਰੂ ਹੋਈ ਹੈ। ਪਰ ਹਾਂ, ਇਹ 100 ਕਰੋੜ ਦਾ ਘੁਟਾਲਾ ਆਇਆ ਜ਼ਰੂਰ ਹੈ ਸਾਹਮਣੇ, ਪਰ ਦੇਖੋ ਹੁਣ ਕਿੱਥੇ ਤੱਕ ਇਹਦੇ ਤਾਰ ਜੁੜਦੇ ਨੇ। ਭਾਸਕਰ ਸਾਹਿਬ ਨੇ ਪਿੰਡਾਂ ਦੇ ਨਾਂ ਲੈਣ 'ਚ ਜੇ ਕੋਈ ਥੋੜੀ ਜਿਹੀ 19-21 ਕੀਤੀ ਹੋਵੇ ਤਾਂ ਤੁਸੀਂ ਦੋਸਤੋ ਦਰੁਸਤ ਜ਼ਰੂਰ ਕਰ ਲਿਓ। ਲੁਧਿਆਣਾ ਦੇ ਨੇੜਲੇ ਇਹ ਪਿੰਡ ਨੇ ਇੰਦਰਪ੍ਰੀਤ ਜੀ, ਇਹ ਸਾਈਕਲ ਵੈਲੀ ਦਾ ਮਾਮਲਾ ਸੀਗਾ ਔਰ ਇੱਥੋਂ ਦੀ ਇੱਕ 4 ਲੇਨ ਜਿਹੜੀ 8.5 ਕਿਲੋਮੀਟਰ ਐਕਸਟਰਨਲ ਰੋਡ ਸੀ 100 ਫੁੱਟ ਵਾਲੀ, ਉਹ ਨਿਕਲਣੀ ਸੀ ਔਰ ਉਹਦੀ 242 ਕਰੋੜ ਰੁਪਇਆ ਇਹਨਾਂ ਪੰਚਾਇਤਾਂ ਨੂੰ ਮਿਲੇ ਸੀਗੇ ਜ਼ਮੀਨ ਅਕਵਾਇਰ ਕਰਨ ਦੇ ਬਦਲੇ ਵਿੱਚ। ਲੇਕਿਨ ਇਹ 100 ਕਰੋੜ ਰੁਪਇਆ ਜਿਹੜਾ, ਇਹਦੀ ਹੁਣ ਜਾਂਚ ਕਿਸ ਪੱਧਰ ਤੇ ਹੋਊਗੀ ਇਹ ਤਾਂ ਦੇਖਣ ਵਾਲੀ ਗੱਲ ਹੈ, ਕਿਉਂਕਿ ਮਾਮਲੇ ਬੜੇ ਪਚੀਦਾ ਹੁੰਦੇ ਆ, ਇੰਨੇ ਉਲਝਣ ਭਰੇ ਹੁੰਦੇ ਆ। ਵੈਸੇ ਪੰਚਾਇਤ ਨੂੰ ਹੱਕ ਹਕੂਕ ਤਾਂ ਹੁੰਦੇ ਆ, ਪਰ ਇਹਦਾ ਕੋਈ ਨਿਯਮ ਵੀ ਤਾਂ ਇੰਦਰਪ੍ਰੀਤ ਜੀ ਹੋਣਗੇ ਵੀ ਇਹਨਾਂ ਇਸ ਤਰ੍ਹਾਂ ਦੇ ਮਿਲੇ ਪੈਸਿਆਂ ਨੂੰ ਪੰਚਾਇਤ ਕਿੰਨਾ ਕੰਮਾਂ ਤੇ ਵਰਤ ਸਕਦੀ। ਹੁਣ ਪਿੰਡ ਦੇ ਵਿੱਚ
ਹੁਣ 100 ਕਰੋੜ ਜਾਂ 200 ਕਰੋੜ ਲੱਗਣ ਵਾਲੀ ਕੋਈ ਗੱਲ ਨਹੀਂ ਹੁੰਦੀ, ਜਾਂ ਤਾਂ ਰੁਜ਼ਗਾਰ ਦੇਣ ਲਈ ਕੋਈ ਕਾਰਖਾਨੇ ਲਾਏ ਜਾਣ, ਉਹ ਵੀ ਕਿਸੇ ਸਰਕਾਰੀ ਵਿਭਾਗ ਨਾਲ ਰਲ ਕੇ, ਜਾਂ ਫਿਰ ਕੁਝ ਕੀ ਹੋ ਸਕਦਾ, ਪ੍ਰੋਜੈਕਟ ਉਲੀਕੇ ਜਾ ਸਕਦੇ ਹੁੰਦੇ ਆ। ਪੰਚਾਇਤ ਦਾ ਕੁਝ ਹੀ ਹਿੱਸਾ ਗਵਰਨਮੈਂਟ ਲੈ ਸਕਦੀ ਹੈ ਫੰਡ ਦਾ, ਬਾਕੀ ਤਾਂ ਪੰਚਾਇਤ ਕੋਈ ਰਹਿਣਾ ਹੁੰਦਾ। ਕੀ ਕਹਿੰਦੇ ਹੋ? ਬਿਲਕੁਲ ਦੇਖੋ ਪੰਚਾਇਤ ਕੋਲ ਹੀ ਫੰਡ ਰਹਿੰਦੇ ਆ, ਔਰ ਪੰਚਾਇਤਾਂ ਆਪਣੇ ਜਿੰਨਾ ਦਾ ਹਿੱਸਾ ਜਿੰਨਾ ਬਣਿਆ ਹੋਊਗਾ, ਜਿਹਦੀ ਲੈਂਡ ਜਿੰਨੀ ਆਈ ਹੋਏਗੀ, ਉਹ 242 ਕਰੋੜ ਚ ਉਸ ਪੰਚਾਇਤ ਦੇ ਖਾਤੇ ਚ ਜਾਏਗੀ। ਇੱਕ ਸਵਾਲ ਇਹਦੇ ਵਿੱਚ ਬੜਾ ਇੰਪੋਰਟੈਂਟ ਹੈ, ਉਹ ਮੈਂ ਦੱਸ ਦਿੰਦਾ ਵੀ ਜਦੋਂ ਇਦਾਂ ਦਾ ਇਸ਼ੂ ਆਉਂਦਾ ਤਾਂ ਫਿਰ ਕੀ ਹੁੰਦਾ। ਸਪੋਜ਼ ਜਿਵੇਂ ਭਾਸਕਰ ਸਾਹਿਬ ਨੇ ਕਿਹਾ ਵੀ 100 ਕਰੋੜ ਰੁਪਏ ਸਰਕਾਰ ਨੇ ਕਢਾ ਲਿਆ, ਜਾਂ ਅਫਸਰਾਂ ਨੇ ਕਢਾ ਲਿਆ, ਜਾਂ ਕਿਸੇ ਵੀ ਤਰ੍ਹਾਂ ਵੀ ਘਟਾਇਆ ਹੋਇਆ, ਸੋ ਇੱਕ ਰੋਕਿਆ ਕਿਵੇਂ ਜਾ ਸਕਦਾ ਸੀ? ਕਿ ਅਫਸਰਾਂ ਨੇ ਜ਼ਬਰਦਸਤੀ ਕਢਾ ਲਿਆ, ਦਬਾਅ ਪਾ ਕੇ ਕਢਾ ਲਿਆ, ਤਾਂ ਵੀ ਇਹ ਜਿਹੜੇ ਰਾਈਟਸ ਨੇ ਉਹ ਗ੍ਰਾਮ ਪੰਚਾਇਤਾਂ ਕੋਲੇ ਨੇ। ਪਰ ਮੈਂ ਬਾਰ-ਬਾਰ ਕਈ ਵਾਰੀ ਇਸ ਪ੍ਰੋਗਰਾਮ 'ਚ ਕਹਿ ਚੁੱਕਿਆ ਵੀ ਜਦ ਤੱਕ ਸਾਨੂੰ ਗ੍ਰਾਮ ਪੰਚਾਇਤਾਂ ਦੀ ਤਾਕਤ ਹੀ ਨਹੀਂ ਪਤਾ, ਤਾਂ ਤੱਕ ਇਹ ਜਿਹੀਆਂ ਚੀਜ਼ਾਂ ਤਾਂ ਹੁੰਦੀਆਂ ਹੀ ਰਹਿਣਗੀਆਂ। ਮੈਂ ਤੁਹਾਨੂੰ ਇੱਕ ਬਹੁਤ ਛੋਟੀ ਐਗਜ਼ਾਮਪਲ ਦੇ ਕੇ ਗੱਲ ਦੱਸੂਗਾ। ਤੁਹਾਨੂੰ ਯਾਦ ਹੋਊਗਾ ਜਦੋਂ ਸਰਵੇਸ਼ ਕੌਸ਼ਲ ਹੋਣੀ ਚੀਫ ਸੈਕਟਰੀ ਸੀਗੇ, ਤਾਂ ਅਵਾਰਾ ਪਸ਼ੂਆਂ ਨੂੰ ਲੈ ਕੇ ਇੱਕ ਬਹੁਤ ਵੱਡੀ ਸਮੱਸਿਆ ਛਪਦੀ ਹੁੰਦੀ ਸੀ ਉਦੋਂ ਅਖਬਾਰਾਂ ਕਿ ਬਹੁਤ ਸਾਰੇ ਐਕਸੀਡੈਂਟਸ ਉਹਨਾਂ ਨਾਲ ਹੁੰਦੇ ਆ, ਤਾਂ ਇਹਨਾਂ ਨੂੰ ਸਾਂਭ ਸੰਭਾਲ ਕਿਵੇਂ ਕਰਨੀ ਹੈ। ਤਾਂ ਗਵਰਨਮੈਂਟ ਨੇ ਇੱਕ ਪ੍ਰੋਜੈਕਟ ਬਣਾਇਆ ਕਿ ਹਰ ਬਲਾਕ ਦੇ ਵਿੱਚ ਇੱਕ ਜਿਹੜੀ ਹੈ ਗਊਸ਼ਾਲਾ ਵੱਡੀ ਬਣਾਈ ਜਾਏਗੀ, ਜਿਸ 'ਚ 25 ਏਕੜ ਜ਼ਮੀਨ ਐਕਵਾਇਰ ਕੀਤੀ ਜਾਏਗੀ। ਉਸ 25 ਏਕੜ ਦੇ ਵਿੱਚ ਵੱਡੀ ਗਊਸ਼ਾਲਾ ਬਣਾਈ ਜਾਏਗੀ, ਤੇ ਸਾਰੇ ਜਿੰਨੇ ਅਵਾਰਾ ਪਸ਼ੂ ਨੇ ਉਹ ਉੱਥੇ ਹੀ ਰੱਖੇ ਜਾਣਗੇ। ਇਹ ਗੱਲਾਂ ਹੁਣ ਦੇਖੋ, ਜਿੰਨਾ ਤਾਂ ਕਿਸੇ, ਕਿਉਂਕਿ ਇੱਕ ਪਿੰਡ ਦੀ ਹੀ ਜ਼ਮੀਨ ਆਏਗੀ। ਹੁਣ ਮੰਨ ਲਓ ਕਿਸੇ ਜਿਹਦੀ ਪਿੰਡ ਦੀ ਜ਼ਮੀਨ ਆਈ, ਪਹਿਲਾਂ ਤਾਂ ਉਹਦੇ ਕੋਲ 25 ਏਕੜ ਜ਼ਮੀਨ ਹੋਣੀ ਚਾਹੀਦੀ ਹੈ, ਉਸੇ ਪਿੰਡ ਤੋਂ ਤੁਸੀਂ ਲੈ ਸਕਦੇ। ਫਿਰ ਜਿਹਦੇ ਕੋਲ 25 ਏਕੜ ਤੁਸੀਂ ਲੈ ਲਈ, ਫਿਰ ਉਹਦੀ ਤਾਂ ਆਮਦਨ ਦਾ ਸਾਰਾ ਸਰੋਤ ਹੀ ਮਰ ਗਿਆ, ਤੁਸੀਂ ਉਹਨੂੰ ਦੋਗੇ ਕੀ? ਸੋ ਇਹਦੇ ਵਿੱਚ ਇੱਕ ਨਾਭੇ ਕੋਲੇ ਪਿੰਡ ਹੈਗਾ, ਉਹਨਾਂ ਨੇ ਇਸ ਦੇ ਉੱਤੇ ਇੱਕ ਗ੍ਰਾਮ ਸਭਾ ਬੁਲਾਈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਸਾਡੀ ਜ਼ਮੀਨ ਤੁਸੀਂ ਲੈ ਸਕਦੇ। ਗ੍ਰਾਮ ਸਭਾ ਨੇ ਮਤਾ ਪਾਸ ਕਰਤਾ ਕਿ ਇਹ ਟੋਟਲੀ ਸਰਕਾਰ ਦਾ ਮਤਾ ਰੱਦ, ਇਹ ਆਦੇਸ਼ ਰੱਦ ਕੀਤਾ ਜਾਂਦਾ ਹੈ। ਤੁਸੀਂ ਦੇਖੋ ਸਰਕਾਰ ਉਸ ਤੇ ਕੁਝ ਨਹੀਂ ਕਰ ਸਕੀ, ਪਿੰਡ ਵਾਲਿਆਂ ਨੇ ਆਪਣੀ 25 ਏਕੜ ਜ਼ਮੀਨ ਬਚਾ ਲਈ। ਉਸ 25 ਏਕੜ ਜ਼ਮੀਨ ਦੇ ਉੱਤੇ ਫਿਰ ਉਹਨਾਂ ਨੇ ਇਹ ਦੱਸਿਆ ਵੀ ਜਦੋਂ 25 ਏਕੜ ਸਾਨੂੰ ਕਿਉਂ ਚਾਹੀਦੀ ਹੈ, ਉਹਨਾਂ ਨੇ ਕਿਹਾ ਵੀ ਸਾਡੇ ਕੋਲੇ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਦੇ ਕੋਲੇ ਘਰ ਹੀ ਨਹੀਂ ਹੈਗੇ, ਸਾਡੇ ਬੇਘਰ ਨੇ ਲੋਕ, ਤੇ ਉਹ ਫਿਰ ਉੱਥੇ ਘਰ ਬਣੇ। ਅੱਜ ਤੁਸੀਂ ਦੇਖੋ ਸਾਰੇ ਘਰ ਬਣ ਚੁੱਕੇ ਨੇ, ਹੁਣ ਕੋਈ ਬੇਘਰ ਨਹੀਂ ਹੈ। 25 ਏਕੜ ਲੈਂਡ ਵੀ ਬਚ ਗਈ, ਸਿਰਫ ਇਸ ਕਰਕੇ ਬਚ ਗਈ ਕਿ ਉਹ ਪਿੰਡ ਆਪਣੇ ਉਸ ਹੱਕ ਹਕੂਕ ਤੋਂ ਜਾਣੂ ਸੀਗਾ ਕਿ ਅਸੀਂ ਕੀ ਕਰ ਸਕਦੇ ਹਾਂ। ਇੱਥੇ ਮੈਨੂੰ ਲੱਗਦਾ ਕਿ ਦਿੱਕਤ ਇਹ ਹੈ ਕਿ ਇੱਕ ਤਾਂ ਇਹ ਜਿਹੜਾ ਪੈਸਾ ਹੈ ਉਹ ਸਾਰਿਆਂ ਨੂੰ ਹੀ ਬੜਾ ਪਿਆਰਾ ਹੈ। ਜੇ ਦੇਖੋ ਲੱਡੂ ਫੁੱਟੂਗਾ ਤਾਂ ਜਿਹੜਾ ਉਹਦਾ ਕੁਝ ਹਿੱਸਾ ਤਾਂ ਸਭ ਨੂੰ ਹੀ ਆਏਗਾ। ਹੁਣ ਇੱਥੇ ਲੱਡੂ ਫੁੱਟ ਕੇ ਕਿਹਨੂੰ ਮਿਲਿਆ ਹੈ, ਇਹ ਤਾਂ ਚਲੋ ਜਾਂਚ ਤੋਂ ਪਤਾ ਚੱਲੇਗਾ। ਪਰ ਮੈਨੂੰ ਲੱਗਦਾ ਕਿ ਜੇ ਪੰਚਾਇਤਾਂ ਨੇ ਆਪਣਾ ਇਹ 242 ਕਰੋੜ ਰੁਪਇਆ ਜਿਹੜਾ ਉਹਨਾਂ ਦੀ ਜ਼ਮੀਨ ਹੀ ਐਕਵਾਇਰ ਕਰਕੇ ਗਿਆ ਹੈ, ਤਾਂ ਉਹਦੇ ਉੱਤੇ ਉਹਨੂੰ ਬਚਾਉਣ ਵਾਸਤੇ ਇਹ ਗ੍ਰਾਮ ਸਭਾਵਾਂ ਬੁਲਾ ਕੇ ਇਸ ਪੈਸੇ ਨੂੰ ਰੋਕਿਆ ਜਾ ਸਕਦਾ ਸੀ। ਹੁਣ ਮੈਨੂੰ ਨਹੀਂ ਪਤਾ ਕਿ ਉਹ ਕਿਸ ਲੈਵਲ ਤੇ ਨਿਕਲਿਆ, ਕਿੱਥੇ ਲੱਗਿਆ, ਅਜੇ ਇਹ ਵੀ ਜਾਣਕਾਰੀ ਦਾ ਵਿਸ਼ਾ ਹੋਣਾ ਚਾਹੀਦਾ ਵੀ ਲੱਗਿਆ ਕਿੱਥੇ। 100 ਕਰੋੜ ਕੋਈ ਛੋਟੀ ਮੋਟੀ ਅਮਾਊਂਟ ਤਾਂ ਹੈ ਨਹੀਂ ਜਿਹਨੂੰ ਆਪਾਂ ਦਿਖਾ ਦਾਂਗੇ। 100 ਕਰੋੜ ਰੁਪਇਆ ਕਾਫੀ ਵੱਡੀ ਅਮਾਊਂਟ ਹੁੰਦੀ ਹੈ, ਤਾਂ ਉਹ ਕਿੱਥੇ ਲੱਗਿਆ ਇਹ ਬਹੁਤ ਵੱਡੀ ਜਾਂਚ ਦਾ ਵਿਸ਼ਾ। ਹਾਂ, ਇਹ ਏਡਾ ਆਸਾਨ ਤਾਂ ਹੈ ਨਹੀਂ, ਕੁਝ ਨਾ ਕੁਝ ਫੂਲ ਪ੍ਰੂਫ ਤਾਂ ਰੱਖਿਆ ਗਿਆ ਹੋਊਗਾ। ਕੋਈ ਵਿਭਾਗ ਜਾਂ ਕੋਈ ਸਰਪੰਚ ਪੰਚ ਗਲਤੀ ਕਰਨ ਤੋਂ ਪਹਿਲਾਂ 100 ਵਾਰੀ ਜੁਗਾੜ ਕਰਦੇ ਆ। ਹੁਣ ਜੇਕਰ 100 ਕਰੋੜ ਰੁਪਇਆ ਕਿਸੇ ਨਾ ਕਿਸੇ ਕੰਮ ਕਰਕੇ ਕਾਗਜ਼ਾਂ 'ਚ ਪਾਇਆ ਗਿਆ, ਕੋਈ ਸਟਾਕ ਮੇਨਟੇਨ ਕੀਤਾ ਹੋਊਗਾ, ਕੋਈ ਲੈਜਰ ਬਣੀ ਹੋਊਗੀ, ਕੋਈ ਜਿਹੜੀ ਕੈਸ਼ ਬੁੱਕ ਹੋਊਗੀ, ਉਹਦੇ ਵਿੱਚ ਚੀਜ਼ਾਂ ਤਾਂ ਆਉਣਗੀਆਂ ਕਿ ਕੋਈ ਵਾਊਚਰ ਵੀ ਰੱਖੇ ਆ, ਕੋਈ ਨਾਲ ਬਿੱਲ ਆਏ ਆ, ਉਹ ਸਾਰੀਆਂ ਚੀਜ਼ਾਂ ਜਾਂਚ ਦਾ ਵਿਸ਼ਾ ਹੋਣਗੀਆਂ। ਪਤਾ ਨਹੀਂ 2 4 5 ਸਾਲ ਤੇ ਚੱਲ ਹੀ ਜਾਂਦੀ ਹੁੰਦੀ ਜਾਂਚ। ਭਾਸਕਰ ਸਾਹਿਬ ਇੰਨਾ ਤੇ ਘੱਟੋ ਘੱਟ ਟਾਈਮ ਹੈ ਨਾ। ਪਰ ਵੈਸੇ ਇੰਦਰਪ੍ਰੀਤ ਜੀ, ਤੁਹਾਡੇ ਹਿੱਸੇ ਦਾ ਸਵਾਲ ਹੈ, ਪਰਾਲੀ ਦੇ ਮਾਮਲੇ 'ਚ ਉਹ 150 ਕਰੋੜ ਦੀ ਮਸ਼ੀਨਾਂ ਦਾ ਰੌਲਾ ਤਾਂ ਮੁੱਕ ਗਿਆ ਸੀ। ਕਹਿੰਦੇ ਸੀ ਬਹੁਤੀਆਂ ਲੱਭ ਗਈਆਂ, ਕੋਈ ਜਿਹੜੀਆਂ ਨੇ ਉਹ ਪਤਾ ਨਹੀਂ ਲੱਗੀਆਂ ਜੀ ਕਿਸਾਨਾਂ ਵੱਲੋਂ, ਇਹ ਹੈ ਉਹ ਹੈ। ਤੇ ਹੁਣ ਕੇਂਦਰ ਹੱਥ ਜੇ ਘੁੱਟ ਗਿਆ ਵੀ ਤੁਸੀਂ ਤਾਂ ਠੀਕ ਪੈਸੇ ਵਰਤਦੇ ਨਹੀਂ ਤੇ ਅਸੀਂ ਤੁਹਾਨੂੰ ਪੈਸੇ ਦੇਣੇ ਨਹੀਂ ਉਹਨੇ ਜਿੰਨੇ ਪਹਿਲਾਂ ਦਿੰਦੇ ਰਹੇ। ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਇਹ ਇਸ਼ੂ ਆਇਆ ਸੀਗਾ ਪਰਾਲੀ ਦਾ ਅੱਜ ਤੋਂ 4-5 ਸਾਲ ਪਹਿਲਾਂ, ਜਦੋਂ ਅਰੁਣ ਜੇਟਲੀ ਵਿੱਤ ਮੰਤਰੀ ਹੁੰਦੇ ਸੀ, ਯਾਨੀ ਕਿ 2019 ਤੋਂ ਪਹਿਲਾਂ ਦਾ ਸੀਗਾ ਇਹ। ਹਰ ਵਾਰੀ ਇਸ ਦੇ ਉੱਤੇ ਗੱਲਾਂ ਤਾਂ ਬਹੁਤ ਹੁੰਦੀਆਂ ਸੀ, ਪਰ ਗਵਰਨਮੈਂਟ ਨੇ ਫਿਰ ਇਹ ਸੋਚਿਆ ਕਿ ਕਿਸਾਨਾਂ ਨੂੰ ਮਸ਼ੀਨਰੀ ਦੀ ਲੋੜ ਤਾਂ ਹੈ, ਬਿਨਾਂ ਮਸ਼ੀਨ ਤੋਂ ਉਹ ਕੰਮ ਕਿਵੇਂ ਕਰਨਗੇ, ਕਿਉਂਕਿ ਪੈਡੀ ਦੀ ਕਟਾਈ ਤੇ ਵੀਟ ਦੀ ਸੋਇੰਗ ਦੇ ਵਿੱਚ ਜਿਹੜੀ ਵਿੰਡੋ ਹੈ ਬਹੁਤ ਛੋਟੀ ਹੈ, ਬਹੁਤ ਥੋੜੇ ਚਿਰ ਰਹਿ ਜਾਂਦਾ ਹੈ। ਇਸ ਕਰਕੇ ਫਾਰਮਰ ਜਿਹੜੇ ਹੈ ਉਹ ਜਲਦੀ ਤੋਂ ਜਲਦੀ ਕੰਮ ਕਰਨ ਵਾਸਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਉਹਨਾਂ ਕੋਲ ਕੋਈ ਅਲਟਰਨੇਟਿਵ ਨਹੀਂ ਰਹਿੰਦਾ।
ਜਦੋਂ ਅਸੀਂ ਗੱਲ ਕਰਦੇ ਹਾਂ ਵੀ ਤੁਸੀਂ ਅੱਗ ਨਾ ਲਾਓ, ਤਾਂ ਨੈਚੁਰਲੀ ਹੈ ਕਿ ਤੁਸੀਂ ਉਹਨੂੰ ਕੋਈ ਅਲਟਰਨੇਟ ਵੀ ਤਾਂ ਦੋਗੇ ਨਾ, ਕਿ ਫਿਰ ਉਹ ਕਰਨ ਕੀ। ਤਾਂ ਮਸ਼ੀਨਾਂ ਦਾ ਇੱਕ ਉਹ ਕੱਢਿਆ ਗਿਆ। ਕਿਸਾਨ ਇਹ ਚਾਹ ਰਹੇ ਸੀ ਕਿ ਸਾਨੂੰ 100 ਰੁਪਏ ਕੁਇੰਟਲ ਤੁਸੀਂ ਬੋਨਸ ਦੇ ਤੌਰ ਤੇ ਦੇ ਦਿਓ, ਅਸੀਂ ਆਪਣੇ ਆਪ ਹੀ ਜਿਹੜੀ ਹੈਗੀ ਹੈ ਉਸ ਪੈਸੇ ਤੋਂ ਇਹਦੇ ਉੱਤੇ ਜਿਹੜੀ ਲੇਬਰ ਹੈ ਉਹ ਲਗਾ ਕੇ ਇਹਨੂੰ ਖਾਲੀ ਕਰਾ ਲਾਂਗੇ। ਅਦਰਵਾਈਜ਼ ਉਹ ਕਹਿੰਦੇ ਵੀ ਮੈਂ ਪਰ ਏਕੜ 2000 ਰੁਪਏ ਤੋਂ ਲੈ ਕੇ 2500 ਰੁਪਏ ਜਿਹੜਾ ਖਰਚਾ ਆਉਂਦਾ ਹੈ ਉਹ ਕਿਉਂ ਕਰਾਂ। ਜਦੋਂ ਤੁਸੀਂ ਪੈਡੀ ਦੀ MSP ਡਿਸਾਈਡ ਕੀਤੀ ਹੈ, ਉਦੋਂ ਤੁਸੀਂ ਪੋਸਟ ਹਾਰਵੈਸਟਿੰਗ ਦਾ ਕੋਈ ਖਰਚਾ ਨਹੀਂ ਰੱਖਿਆ ਵੀ ਜਿਹੜੀ ਪੋਸਟ ਹਾਰਵੈਸਟਿੰਗ ਹੈ ਉਹਦੇ ਤੇ ਜਿਹੜਾ ਖਰਚਾ ਆਊਗਾ ਉਹ ਕੋਡ ਬੀਅਰ ਕਰੂਗਾ। ਸੋ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ 100 ਰੁਪਏ ਦੇ ਦਿਓ। 100 ਰੁਪਏ ਤੇ ਸਰਕਾਰ ਮੰਨੀ ਨਹੀਂ ਕਿ ਨਹੀਂ 100 ਰੁਪਏ ਜੇ ਪੰਜਾਬ ਹਰਿਆਣਾ ਨੂੰ ਦੇਵਾਂਗੇ ਤਾਂ ਫਿਰ ਬਾਕੀ ਦੀਆਂ ਸਟੇਟਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਦੇਣਾ ਪਊਗਾ, ਤੇ ਫਿਰ ਉਹ ਇੰਨਾ ਪੈਸਾ ਸਾਡੇ ਕੋਲ ਹੈ ਨਹੀਂ ਹੈ। ਤਾਂ ਇੱਕ ਵਿਚਾਲੇ ਦੀ ਇੱਕ ਸਕੀਮ ਕੱਢੀ ਗਈ ਸੀ ਕਿ ਹਰ ਸਾਲ 650 ਕਰੋੜ ਰੁਪਇਆ ਮਸ਼ੀਨਾਂ ਦੇ ਲਈ ਦਿੱਤਾ ਜਾਊਗਾ, ਜਿਹੜੀਆਂ SMS ਹੈਗੇ ਨੇ, ਹੋਰ ਵੱਡੀਆਂ ਮਸ਼ੀਨਾਂ ਨੇ, ਉਹ ਜਿਹੜੀਆਂ ਪਰਾਲੀ ਨੂੰ ਇਕੱਠੀਆਂ ਕਰਦੀਆਂ ਨੇ, ਬੇਲਰਸ ਹੈਗੇ ਨੇ, ਬਹੁਤ ਸਾਰੀਆਂ ਮਸ਼ੀਨਾਂ ਸੀਗੀਆਂ ਦੇ ਵਿੱਚ, ਕਿ ਉਹ ਦੇਵਾਂਗੇ ਤੇ ਉਹ ਦੇ ਕੇ ਮਤਲਬ ਜਿਹੜਾ ਹੈਗਾ ਕਿਸਾਨ ਨੂੰ ਮਤਲਬ ਉਹਨਾਂ ਪਰਾਲੀ ਚਲਾਣੀ ਨਹੀਂ ਪਏਗੀ। ਇਹ ਆਏ ਵੀ 3 ਸਾਲ ਲਗਾਤਾਰ ਪੈਸੇ ਆਏ ਵੀ, ਤੇ ਲੇਕਿਨ ਜਦੋਂ ਇੱਕ ਵਾਰੀ ਇਹ ਪਤਾ ਕੀਤਾ ਵੀ ਪੈਸੇ ਜ਼ਿਆਦਾ ਆ ਗਏ ਪਰ ਮਸ਼ੀਨਾਂ ਇੰਨੀਆਂ ਖਰੀਦੀਆਂ ਨਹੀਂ ਗਈਆਂ, ਤਾਂ ਫਿਰ ਇੱਕ ਕਪਲਾ ਜਿਹਾ ਸਾਹਮਣੇ ਆਇਆ। ਜਾਂਚ ਵੀ ਹੋਈ, 150 ਕਰੋੜ ਰੁਪਏ ਦੀ ਇਹ ਨਿਕਲਿਆ ਵੀ। ਤਾਂ ਹੁਣ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਵੀ ਆਲਰੇਡੀ ਤੁਸੀਂ ਉਹ ਮਸ਼ੀਨਾਂ ਨਾਲ ਸਾਡਾ ਪੈਸਾ ਜਿੰਨਾ ਦਿੱਤਾ ਹੈ ਉਹਨਾਂ ਮਸ਼ੀਨਾਂ ਨਾਲ ਮੈਚ ਹੋ ਨਹੀਂ ਰਿਹਾ, ਇਟ ਮੀਨਸ ਪੈਸਾ ਤੁਹਾਡੇ ਕੋਲ ਹੀ ਪਿਆ, ਤਾਂ ਅਸੀਂ ਉਹਨਾਂ ਪੈਸਾ ਤੁਹਾਨੂੰ ਅਗਲੇ ਜਿਹੜੇ ਮਤਲਬ ਸਾਲਾਂ ਦੇ ਵਿੱਚ ਘੱਟ ਦੇਵਾਂਗੇ। ਸੋ ਇਹ ਘਟਾਤਾ। ਪਰ ਇੱਥੇ ਸਵਾਲ ਫਿਰ ਵਾਪਸ ਉੱਥੇ ਹੀ ਆ ਜਾਂਦਾ ਵੀ ਜਦੋਂ ਅਸੀਂ ਜਿੰਨਾ ਵੀ ਖਰਚਾ ਕਰਦੇ, ਸਪੋਜ਼ ਅਸੀਂ ਮਸ਼ੀਨਾਂ ਹੀ ਖਰੀਦਿਆ, ਇੱਕ ਫਾਰਮਰ ਜਿਹੜਾ ਮਸ਼ੀਨ ਖਰੀਦ ਰਿਹਾ 5 ਲੱਖ ਦੀ ਜਾਂ 7 ਲੱਖ ਦੀ, ਜਿੰਨੇ ਦੀ ਵੀ ਇਹ ਮਸ਼ੀਨ ਹੋਏਗੀ, ਆਪਾਂ ਇਸ 'ਚ ਨਹੀਂ ਚਾਹੁੰਦੇ ਵੀ ਉਹ ਹੈ ਕਿੰਨੇ ਦੀ, ਉਹਦਾ ਕੰਮ ਕਿੰਨਾ ਰਹਿੰਦਾ ਵਾ। ਸਭ ਤੁਸੀਂ ਦੇਖੋ ਉਸ ਮਸ਼ੀਨ ਦਾ ਕੰਮ ਸਿਰਫ 2 ਜਾਂ 3 ਦਿਨ ਦਾ, ਯਾਨੀ ਕਿ 3 ਦਿਨ ਤਾਂ ਉਸ ਦੇ ਉੱਤੇ ਜੋ ਵੀ ਖਰਚ ਕੀਤਾ ਉਹਦੀ ਵੈਲਿਊ ਹੈਗੀ ਹੈ। ਪਰ 362 ਦਿਨ ਜਿਹੜੇ ਉਹ ਪਏ ਉਹਦੇ ਉੱਪਰ ਵਿਆਜ ਚੱਲਣਾ ਹੈ, ਉਹ ਕੌਣ ਪੇ ਕਰੇਗਾ? ਫਾਰਮਰ। ਇਸੇ ਕਰਕੇ ਜਿਨ੍ਹਾਂ ਨੇ ਮਸ਼ੀਨਾਂ ਖਰੀਦੀਆਂ ਵੀ ਉਹਨਾਂ ਨੇ ਫਿਰ ਅੱਗੇ ਦੀ ਅੱਗੇ ਫਿਰ ਸਸਤੇ ਦਾਮਾਂ ਤੇ ਵੇਚ ਵੀ ਦਿੱਤੀਆਂ। ਸੋ ਇਹ ਕਪਲੇ ਦੀਆਂ ਪਰਤਾਂ ਕਈ ਨੇ, ਇਸ ਕਰਕੇ ਇੱਕ ਪਰਤ ਦੇ ਉੱਤੇ ਤਾਂ ਨਹੀਂ ਨਿਕਲ ਸਕਦਾ, ਇਹਦੇ ਪਰਤਾਂ ਕਈ ਨੇ, ਤਾਂ ਕਈ ਪਰਤਾਂ ਖੋਲ ਕੇ ਹੀ ਐਕਚੁਅਲੀ ਇਹ ਸਾਰਾ ਮਾਮਲਾ ਸਾਹਮਣੇ ਆਊਗਾ। ਕੇਂਦਰ ਵੀ ਹਰ ਵੇਲੇ ਕੋਈ ਨਾ ਕੋਈ ਪੰਗਾ ਪਾ ਕੇ ਬਹਿ ਜਾਂਦਾ। ਬੰਦਾ ਪੁੱਛੇ ਤੁਸੀਂ RDF ਦੇ ਉੱਤੇ ਪਹਿਲਾਂ ਫਸ ਗਏ, ਫਿਰ ਤੁਸੀਂ ਆ ਜਿਹੜੇ ਹੈਲਥ ਸੈਂਟਰ ਬਣਾਏ ਸੀਗੇ ਆਮ ਆਦਮੀ ਕਲੀਨਿਕ ਉਹਨਾਂ ਤੇ ਫਸ ਗਏ, ਹੁਣ ਤੁਸੀਂ ਆਣ ਕੇ ਇੱਥੇ ਫਸ ਗਏ। ਤੁਸੀਂ ਖੁੱਲਾ ਹੱਥ ਦੇ ਦਿਓ ਸਟੇਟਾਂ ਨੂੰ ਜਿਵੇਂ ਕਰਦੀਆਂ, ਇੱਕ ਆਡਿਟ ਕਰਾ ਲਓ ਬਾਅਦ ਦੇ ਵਿੱਚ, ਤੇ ਫਿਰ ਜਿਹੜੇ ਦੋਸ਼ੀ ਪਾਏ ਜਾਂਦੇ, ਜ਼ਿੰਮੇਵਾਰ ਪਾਏ ਜਾਂਦੇ ਆ, ਉਹਨਾਂ ਤੇ ਕਾਰਵਾਈ ਕਰਨ ਲਈ ਲਿਖਦੇ ਰਹੋ। ਉਹ 'ਚ ਇੰਨੀ ਕੀ ਕਹਾਣੀ ਹੁੰਦੀ ਹੈ। ਪਰ ਲੋਕਾਂ ਨੇ ਕਹਿਣਾ ਤੁਸੀਂ ਚਾਹੁੰਦੇ ਹੋ ਵੀ ਇਹ ਖਾਂਦੇ ਪੀਂਦੇ ਰਹਿਣ ਤੇ ਅਗਲੇ ਰੌਲਾ ਵੀ ਨਾ ਪਾਉਣ। ਖੈਰ ਆਪਾਂ ਕੀ ਲੈਣਾ ਭਾਸਕਰ ਸਾਹਿਬ, ਇਹੋ ਜਿਹੇ ਰੌਲਿਆਂ 'ਚੋਂ ਆਪਾਂ ਥੋੜ੍ਹਾ ਜਿਹਾ ਅੱਗੇ ਵੱਧ ਜਾਂਦੇ ਹਾਂ। ਤੇ ਜੁਡੀਸ਼ਰੀ 'ਚੋਂ, ਅਦਾਲਤਾਂ 'ਚੋਂ ਕੁਝ ਮਾਮਲੇ ਆਏ ਨੇ ਸਾਹਮਣੇ। ਪੰਜਾਬ ਨਾਲ ਜੁੜਿਆ ਮਾਮਲਾ ਥਾਣਿਆਂ ਹਵਾਲਾਤਾਂ ਦੇ ਵਿੱਚ CCTV ਲਾਉਣ ਵਾਲਾ ਹੈ, ਔਰ ਉਸ ਤੋਂ ਪਹਿਲਾਂ ਇੱਕ ਤਾਮਿਲਨਾਡੂ ਦੀ ਅਦਾਲਤ ਵਾਲਾ ਮਾਮਲਾ ਮੈਂ ਦੇਖ ਰਿਹਾ ਸੀ ਕਿ ਕਿੱਦਾਂ ਤੁਸੀਂ ਬੰਦੇ ਬਰੀ ਕਰ ਦਿੰਦੇ ਹੋ ਜੀ, ਇਹ ਸ਼ੱਕ ਲੱਗਦਾ, ਇਹ ਤਾਂ ਮਿਲੀ ਭੁਗਤ ਲੱਗਦੀ। ਮਤਲਬ ਗਵਾਹ ਮੁੱਕ ਰਿਹਾ ਕਿ ਜਾਂ IO ਇਨਵੈਸਟੀਗੇਸ਼ਨ ਵਾਲਾ ਅਫਸਰ ਹੀ ਭੱਜ ਗਿਆ। ਕੀ ਕਹਿੰਦੇ ਹੋ? ਸਾਡੇ ਵੀ ਪੰਜਾਬ 'ਚ ਇਹੋ ਜਿਹੇ ਰਹੇ ਆ। ਇੱਕ ਹੋਰ ਮਾਮਲਾ ਸੀਗਾ ਬੜਾ ਅਹਿਮ, ਤਿੰਨਾਂ ਮਾਮਲਿਆਂ ਨੂੰ ਕਲੱਬ ਕਰ ਦਿਓ ਜੀ। ਜੇਕਰ ਗੱਲ ਕਰੀਏ ਮਦਰਾਸ ਹਾਈ ਕੋਰਟ ਦੀ, ਭਾਵੇਂ ਇਹ ਮਦਰਾਸ ਹਾਈ ਕੋਰਟ ਦੇ ਜੱਜ ਆਨੰਦ ਵੈਂਕਟੇਸ਼, ਉਹਨਾਂ ਦੀ ਇੱਕ ਟਿੱਪਣੀ ਹੈਗੀ ਹੈ ਕਿ ਨਾਓ ਜੁਡੀਸ਼ਰੀ ਹੈਜ਼ ਬਿਕਮ ਪਾਰਟ ਆਫ ਅਨਹੋਲੀ ਅਲਾਈਅੰਸ। ਉਹਨਾਂ ਨੇ ਬੇਸ਼ੱਕ ਮਦਰਾਸ ਦਾ ਹੀ ਜ਼ਿਕਰ ਕੀਤਾ ਜਿਹਦੇ ਵਿੱਚ 2 ਮੰਤਰੀਆਂ ਦੇ ਖਿਲਾਫ ਡਿਸਪ੍ਰਪੋਰਸ਼ਨੇਟ ਆਫ ਅਸੈਟ ਦਾ ਕੇਸ ਦਰਜ ਹੁੰਦਾ ਹੈ। ਸਰਕਾਰ ਦੂਜੀ ਹੁੰਦੀ ਹੈ ਔਰ ਨਵੀਂ ਸਰਕਾਰ ਜਦ ਬਦਲਦੀ ਹੈ ਤੇ ਉਹੀ ਦੋਨੋਂ ਮੰਤਰੀ ਹੋਲੀ ਕਾਓ ਵਰਗਾ ਅੱਗੇ ਆਉਂਦੇ ਨੇ। ਉਹ ਕਹਿੰਦੇ ਨੇ ਇਹਨਾਂ ਦੇ ਖਿਲਾਫ ਤਾਂ ਕੁਝ ਸੀਗਾ ਹੀ ਨਹੀਂ। ਉਹੀ IO ਜਿਹੜੀ ਇਨਕੁਆਇਰੀ ਕਰਕੇ ਉਹਨਾਂ ਨੂੰ ਅੰਦਰ ਕਰਦਾ ਹੈ, ਉਹਨਾਂ ਦੇ ਖਿਲਾਫ ਕੇਸ ਕਰਦਾ ਹੈ, ਬਾਅਦ ਚੋਂ ਉਹੀ IO ਕਹਿੰਦਾ ਹੈ ਜਨਾਬ ਗਲਤੀ ਹੋ ਗਈ ਹੈ ਤੇ ਬਿਲਕੁਲ ਇਮਾਨਦਾਰ ਬੰਦੇ ਹੈਗੇ ਨੇ, ਇਹਨਾਂ ਦੇ ਖਿਲਾਫ ਤਾਂ ਕੋਈ ਸਬੂਤ ਹੀ ਨਹੀਂ ਹੈਗਾ। ਏਦਾਂ ਦਾ ਖੇਡ ਸਿਰਫ ਤਮਿਲਨਾਡੂ ਦੇ ਵਿੱਚ ਹੀ ਨਹੀਂ, ਸੂਬੇ ਜੋ ਮਰਜ਼ੀ, ਪੰਜਾਬ ਦੀ ਗੱਲ ਕਰ ਲਈ ਆਪਾਂ, ਪੰਜਾਬ ਵਿੱਚ ਬੈਠੇ ਹੋਏ ਆ। ਤੁਹਾਨੂੰ ਯਾਦ ਹੋਏਗਾ 2002-2007 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਔਰ ਬਾਦਲ ਪਰਿਵਾਰ ਦੇ ਖਿਲਾਫ 2500 ਕਰੋੜ ਤੋਂ ਵੀ ਵੱਧ ਦੇ ਐਸੈਟ ਹੋਣ ਦੀ ਗੱਲਾਂ ਹੋਈ ਸੀ, ਜਿਹਨੂੰ ਡਿਸਪ੍ਰਪੋਰਸ਼ਨੇਟ ਆਫ ਐਸੈਟ ਦਾ ਕੇਸ ਬਣਾਇਆ ਸੀ। ਔਰ ਜਦ ਤੱਕ ਇਹ ਕੇਸ ਅੱਗੇ ਵੱਧਦਾ ਹੈ ਔਰ ਉਸ ਸਰਕਾਰ ਦੇ ਵਿੱਚ ਇਹ ਅਮਾਊਂਟ ਕਿੰਨਾ ਕੁ ਨਿਕਲਦਾ ਹੈ, ਮੇਰੇ ਖਿਆਲ ਨਾਲ 10% ਵੀ ਅਮਾਊਂਟ ਨਹੀਂ ਨਿਕਲਦਾ ਜਿਹਦੀ ਅਸੈਟ ਬਾਦਲਾਂ ਕੋਲ ਹੋਣ ਦਾ ਗੱਲ ਕੀਤੀ ਗਈ ਸੀ। ਉਸ ਤੋਂ ਬਾਅਦ ਸਰਕਾਰ ਚੇਂਜ ਹੁੰਦੀ ਹੈ, ਬਾਦਲਾਂ ਦੀ ਸਰਕਾਰ ਆਉਂਦੀ ਹੈ ਤੇ ਫਿਰ ਸਿਟੀ ਸੈਂਟਰ ਸਕੈਮ, ਚੌਧਰੀ ਜਗਜੀਤ ਸਿੰਘ ਜਿਹੜੇ ਲੋਕਲ ਬੋਡੀਜ਼ ਮਿਨਿਸਟਰ ਸੀਗੇ,
ਔਰ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦੇ ਖਿਲਾਫ ਨਾ ਕੇਵਲ ਕੇਸ ਦਰਜ ਕੀਤਾ ਜਾਂਦਾ ਹੈ, ਪੂਰੀ ਨਿੱਠ ਕੇ ਇਨਵੈਸਟੀਗੇਸ਼ਨ ਹੁੰਦੀ ਹੈ ਔਰ 1000 ਪੇਜ ਦੇ ਵਿਜੀਲੈਂਸ ਬਿਊਰੋ ਰਿਕਾਰਡ ਤਿਆਰ ਕਰਦਾ ਹੈ, ਐਵੀਡੈਂਸ ਤਿਆਰ ਕਰਦਾ ਹੈ, ਜਿਹਨੂੰ ਲੁਧਿਆਣੇ ਦੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਕਿ ਜਨਾਬ ਕੈਪਟਨ ਅਮਰਿੰਦਰ ਸਿੰਘ ਦੀ ਇਨਵੋਲਵਮੈਂਟ ਇੰਨੀ ਵੱਡੀ ਸੀਗੀ ਕਿ ਆਹ ਜਿਹੜੇ 1000 ਪੇਜ ਦੇ ਐਵੀਡੈਂਸਿਸ ਹੈਗੇ ਨੇ, ਇਹ ਪੁਖਤਾ ਤੌਰ ਤੇ ਇਸ ਗੱਲ ਨੂੰ ਇੱਕ ਤਰੀਕੇ ਨਾਲ ਪ੍ਰੂਵ ਕਰਦੇ ਨੇ ਕਿ ਇਹ ਗਿਲਟੀ ਹੈਗੇ ਨੇ। ਸਰਕਾਰ ਫਿਰ ਚੇਂਜ ਹੋ ਜਾਂਦੀ ਹੈ ਔਰ ਬਾਅਦ ਚ ਤੁਹਾਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਿਟੀ ਸੈਂਟਰ ਸਕੈਮ ਦੇ ਵਿੱਚ ਉਹੀ ਆਈਓ, ਉਹੀ ਵਿਜੀਲੈਂਸ ਬਿਊਰੋ ਇੱਕ ਚਿੱਠੀ ਦੇ ਕੇ ਇਹ ਗੱਲ ਕਹਿ ਦਿੰਦਾ ਹੈ ਕਿ ਜਨਾਬ ਉਹ 1000 ਪੇਜ ਦੇ ਜਿਹੜੇ ਐਵੀਡੈਂਸ ਸੀਗੇ ਉਹਦੇ ਵਿੱਚ ਤੱਥ ਥੋੜੇ ਇੱਧਰ ਉੱਧਰ ਹੋ ਗਏ, ਉਹ ਤੇ ਬੜੇ ਇਮਾਨਦਾਰ ਬੰਦੇ ਨੇ। ਇਹੀ ਗੱਲ ਦਾ ਜ਼ਿਕਰ ਮਦਰਾਸ ਹਾਈ ਕੋਰਟ ਦੇ ਜੱਜ ਸਾਹਿਬ ਨੇ ਕੀਤਾ। ਕਹਿੰਦੇ ਇਹ ਬੜੀ ਇੱਕ ਅਜੀਬ ਜੀ ਗੱਲ ਹੈਗੀ ਆ, ਅਸੀਂ ਜੁਡੀਸ਼ਰੀ ਸਿਸਟਮ ਸਾਡੇ ਤੋਂ ਉਮੀਦ ਹੁੰਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੀਏ, ਔਰ ਖਾਸ ਕਰਕੇ ਡਿਸਪ੍ਰੋਪੋਰਸ਼ਨੇਟ ਅਸੈਟ ਦੇ ਕੇਸ ਰੰਧਾਵਾ ਜੀ ਬਹੁਤ ਘੱਟ ਕਨਵਿਕਸ਼ਨ ਰੇਟ ਹੈਗੀ ਔਰ ਲੌਜੀਕਲ ਕੰਕਲੂਜਨ ਤੇ ਕਦੀ ਪਹੁੰਚੇ ਹੀ ਨਹੀਂ। ਸੁਖਪਾਲ ਸਿੰਘ ਖਹਿਰਾ ਉਹਨਾਂ, ਪ੍ਰਤਾਪ ਸਿੰਘ ਬਾਜਵਾ ਉਹਨਾਂ ਪਿੱਛੇ ਕਹਿ ਰਹੇ ਸੀਗੇ ਕਿ ਜੀ ਸੋਨੀ ਸਾਹਿਬ ਦੇ ਖਿਲਾਫ ਜਿਹੜਾ ਕੇਸ ਕੀਤਾ ਹੈ, ਉਹ ਕਿੱਕੀ ਢਿੱਲੋਂ ਉਹਨਾਂ ਦੇ ਖਿਲਾਫ ਜਿਹੜਾ ਕੇਸ ਕੀਤਾ ਹੈ, ਐਦਾਂ ਦੇ ਕੇਸ ਤੋਂ ਤੁਸੀਂ ਕਿਸੇ ਨੂੰ ਵੀ ਤੰਗ ਕਰਕੇ ਕਰ ਸਕਦੇ ਹੋ। ਇਹ ਗੱਲ ਸੱਚ ਵੀ ਹੈ। ਔਰ ਬਾਅਦ ਚੋਂ ਇਹ ਅਗਰ ਲੌਜੀਕਲ ਕੰਕਲੂਜਨ ਤੇ ਨਹੀਂ ਪਹੁੰਚਦੇ ਤੇ ਉਹਦੀ ਕੋਈ ਭਰਪਾਈ ਉਸ ਵਿਅਕਤੀ ਨੂੰ ਜਿਹਦੇ ਉੱਤੇ ਐਲੀਗੇਸ਼ਨ ਲਾਏ ਸੀ, ਉਹ ਖੈਰ ਉਹਦੇ ਉਦਾਂ ਹੀ ਚੁੱਪ ਹੋ ਜਾਂਦਾ ਹੈ ਕਿ ਸ਼ੁਕਰ ਹੈ ਜਾਨ ਬਚੀ, ਉਹ ਕੋਈ ਰੋਲਾ ਇਸ ਮੁੱਦੇ ਤੇ ਮਾਨਹਾਨੀ ਦਾ ਪਾਉਂਦਾ ਨਹੀਂ। ਪਰ ਅਦਰਵਾਈਜ਼ ਇਹ ਡਾਇਰੈਕਟਲੀ ਕਨੈਕਟਡ ਹੈਗਾ ਮਾਨਹਾਨੀ ਦਾ ਔਰ ਪੋਲੀਟੀਕਲ ਅਲਾਈਅੰਸ, ਪੋਲੀਟੀਕਲ ਵਿੰਦਤਾ। ਇਹ ਸ਼ਬਦਾਂ ਦਾ ਪੋਲਿਟਿਕਸ ਦੇ ਵਿੱਚ ਇੰਨਾ ਜ਼ਿਆਦਾ ਯੂਜ਼, ਉਹਦਾ ਕਾਰਨ ਹੀ ਹੈ ਕਿ ਸਰਕਾਰਾਂ ਚੇਂਜ ਹੁੰਦੀ ਹੈ, ਆਈਓ ਚੇਂਜ ਹੋ ਜਾਂਦੇ ਹੈ, ਆਈਓ ਬੇਸ਼ੱਕ ਉਹ ਵੀ ਰਹਿਣ ਤੋਂ ਇਨਵੈਸਟੀਗੇਸ਼ਨ ਸਿੱਧਾ ਪਲਟ ਦਿੱਤੀ ਜਾਂਦੀ ਜੀ। ਇੰਦਰਪ੍ਰੀਤ ਜੀ, ਭਾਸਕਰ ਸਾਹਿਬ ਕਹਿ ਰਹੇ ਆ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ 'ਚ ਹੁੰਦਾ ਹੀ ਕੁਝ ਨਹੀਂ। ਮੈਂ ਕਹਿੰਦਾ ਸਭ ਤੋਂ ਵੱਧ ਇਹਨਾਂ 'ਚ ਸਕਦਾ ਹੁੰਦਾ, ਕੋਈ ਬੰਦਾ ਕਦੇ ਜਸਟੀਫਾਈ ਕਰ ਹੀ ਨਹੀਂ ਸਕਦਾ ਕਿ ਉਹਦੀ ਆਮਦਨ ਤੇ ਉਹਦੀ ਜਾਇਦਾਦ, ਕਿਉਂਕਿ ਕਦੇ ਹਿਸਾਬ ਰੱਖੀ ਨਹੀਂ ਸੀ ਪਹਿਲੇ ਸਮਿਆਂ 'ਚ ਲੋਕਾਂ ਨੇ। ਸਵਾਲ ਇਸ ਗੱਲ ਦਾ ਹੈ ਕਿ ਜਦੋਂ ਕੋਈ ਕੇਸ ਅੱਗੇ ਵੱਧਦਾ ਹੈ, ਜਿਵੇਂ ਮਦਰਾਸ ਅਦਾਲਤ ਵਿੱਚੋਂ ਜੱਜ ਸਾਹਿਬ ਦੀ ਟਿੱਪਣੀ ਆ ਗਈ ਕਿ ਜਦੋਂ ਇਹਨਾਂ ਅਦਾਲਤਾਂ ਜਾਂ ਬਾਕੀ ਅਦਾਲਤਾਂ ਵਿੱਚ ਜੱਜ ਸਾਹਿਬ ਕੋਲ ਸਾਲਾਂ ਦੇ ਸਾਲ ਕੇਸ ਪੇਸ਼ ਹੁੰਦੇ ਰਹਿੰਦੇ, ਤੱਥ ਪੇਸ਼ ਹੁੰਦੇ ਰਹਿੰਦੇ, ਗਵਾਹ ਪੇਸ਼ ਹੁੰਦੇ ਰਹਿੰਦੇ, ਤੇ ਇੱਕ ਦਿਨ ਆਣ ਕੇ ਇਹ ਕਹਿਤਾ ਜਾਵੇ ਜੀ ਇਹ ਕੇਸ ਅੱਗੇ ਵਧਾਉਣ ਲਾਇਕ ਨਹੀਂ, ਤਾਂ ਜੱਜ ਸਾਹਿਬ ਨੂੰ ਉਹਦੇ ਉੱਤੇ ਫਿਰ ਵੀਟੋ ਕਰ ਦੇਣਾ ਚਾਹੀਦਾ। ਅਸੀਂ ਕੋਈ ਹੱਕ ਨਹੀਂ ਰੱਖਦੇ ਅਦਾਲਤੀ ਪ੍ਰਕਿਰਿਆਵਾਂ ਤੇ ਟਿੱਪਣੀ ਕਰਨ ਦਾ, ਕੋਈ ਰਾਈਟ ਨਹੀਂ, ਸਭ ਮਾਣਯੋਗ ਨੇ, ਸਾਨੂੰ ਇਹ ਸਿਖਾਇਆ ਵੀ ਜਾਂਦਾ ਹੈ। ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਜੇਕਰ ਮੰਨ ਲਓ ਇਸ ਤਰ੍ਹਾਂ ਹੁੰਦਾ, ਹਾਂ ਭਾਸਕਰ ਸਾਹਿਬ ਨੇ ਇੱਕ ਗੱਲ ਕੀਤੀ ਹੈ ਕਿ 10% ਉਦੋਂ 2500 ਕਰੋੜ ਕਿਹਾ, ਇਹ ਕਰੋੜ ਕਿਹਾ, ਉਹ ਤਾਂ ਕਥਿਤ ਦੋਸ਼ ਹੁੰਦੇ ਆ, ਪਰ ਅਖੀਰ ਦੇ ਵਿੱਚ ਮੇਰੇ ਖਿਆਲ ਕੁਝ ਕਰੋੜ ਦਾ ਹੀ ਮਾਮਲਾ ਰਹਿ ਗਿਆ ਸੀ ਬਾਦਲਾਂ ਦੇ ਖਿਲਾਫ, 79 ਕਰੋੜ ਦਾ ਲਗਭਗ। ਇੰਦਰਪ੍ਰੀਤ ਜੀ, ਜਦੋਂ ਸੁਰਿੰਦਰਪਾਲ ਸਿੰਘ, ਮੈਨੂੰ ਯਾਦ ਹੈ ਇਸ ਮਾਮਲੇ ਦੇ ਵਿੱਚ ਆਈਓ ਸੀਗੇ, ਗੱਲ ਕਾਫੀ ਅੱਗੇ ਵਧੀ ਸੀ, ਜਦੋਂ ਪਛਾਣ ਹਟ ਜਾਂਦੇ ਮਾਮਲਾ ਹਾਈ ਕੋਰਟ 'ਚ ਵੀ ਗਿਆ ਸੀਗਾ। ਇਹ ਮੈਨੂੰ ਇੱਕ ਵਾਰੀ ਉਹ ਸਾਰੀਆਂ ਚੀਜ਼ਾਂ ਯਾਦ ਕਰਵਾ ਦਿਓ ਤਾਂ ਕਿ ਪੰਜਾਬ ਦੇ ਲੋਕਾਂ ਦੀ ਵੀ ਚੇਤਿਆਂ ਨੂੰ ਇੱਕ ਵਾਰੀ ਰੀਫਰੈਸ਼ ਕਰ ਦਈਏ। ਰੰਧਾਵਾ ਸਾਹਿਬ, ਉਦੋਂ ਮੋਹਾਲੀ ਕਿਉਂਕਿ ਡਿਸਟ੍ਰਿਕਟ ਨਹੀਂ ਸੀਗਾ, ਇਸ ਕਰਕੇ ਜਿਹੜਾ ਇਹ ਕੇਸ ਰੋਪੜ ਕੋਰਟ ਦੇ ਵਿੱਚ ਚੱਲਦਾ ਹੁੰਦਾ ਸੀ। ਤੁਹਾਨੂੰ ਯਾਦ ਹੈਗਾ ਕਿ ਜਿਹੜਾ ਇਹ ਵਾਲਾ ਮਾਮਲਾ ਸੀਗਾ, ਇਕੱਲੇ ਬਾਦਲ ਪਰਿਵਾਰ ਨਹੀਂ, ਬਹੁਤ ਸਾਰੇ ਮੰਤਰੀ, ਤੋਤਾ ਸਿੰਘ, ਲੋਚਾ ਸਿੰਘ ਲੰਗਾ, ਹੋਰ ਬਹੁਤ ਸਾਰੇ ਮੰਤਰੀ ਸੀਗੇ ਜਿਹੜੇ ਇਹਦੇ ਵਿੱਚ ਫਸੇ ਔਰ ਇੱਕ ਇੱਕ ਕਰਕੇ ਸਾਰੇ ਬਰੀ ਹੋ ਗਏ। ਸਵਾਲ ਇਹ ਇਸ ਗੱਲ ਦਾ ਸੀ, ਉਦੋਂ ਜਿਹੜਾ ਭਾਸਕਰ ਸਾਹਿਬ ਨੇ ਥੋੜਾ ਘੱਟ ਗਿਆ, 2700 ਕਰੋੜ ਦੀ ਸੀ, 3600 ਕਰੋੜ ਸੀਗਾ। 3600 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦੀ ਗੱਲ ਸੀਗੀ, ਬਾਹਰ ਵੀ, ਵਿਦੇਸ਼ਾਂ 'ਚ ਵੀ, ਸਭ ਕਿਤੇ। ਪਰ ਜਦੋਂ ਚਲਾਨ ਪੇਸ਼ ਕੀਤਾ ਗਿਆ ਸੀ ਵਿਜੀਲੈਂਸ ਨੇ, ਉਹ ਸਿਰਫ 79 ਕਰੋੜ ਦਾ ਸੀ। ਮੈਨੂੰ ਯਾਦ ਹੈ, ਉਹ ਮੈਂ ਪ੍ਰੈਸ ਕਾਨਫਰੰਸ 'ਚ ਵੀ ਸੀਗਾ, ਖੁਦ ਬਾਦਲ ਸਾਹਿਬ ਨੇ ਉਹ ਪ੍ਰੈਸ ਕਾਨਫਰੰਸ ਕੀਤੀ ਸੀ। ਜਿਸ ਦਿਨ ਚਲਾਨ ਪੇਸ਼ ਹੋਣਾ ਸੀਗਾ, ਉਸੇ ਦਿਨ, ਇੱਕ ਦਿਨ ਪਹਿਲਾਂ ਹੀ ਬਾਦਲ ਸਾਹਿਬ ਕੋਲ ਇਹ ਸਾਰੀ ਜਾਣਕਾਰੀ ਵੀ ਸੀ। ਮਤਲਬ ਤੁਸੀਂ ਇਹਦਾ ਅੰਦਾਜ਼ਾ ਲਗਾਓ ਕਿ ਜਿਸ ਦੇ ਖਿਲਾਫ ਚਲਾਨ ਪੇਸ਼ ਹੋ ਰਿਹਾ ਹੈ ਉਹ ਹਜੇ ਤੱਕ ਉੱਥੇ ਗਿਆ ਨਹੀਂ, ਲੇਕਿਨ ਜਿਹਦੇ ਖਿਲਾਫ ਪੇਸ਼ ਹੋ ਰਿਹਾ ਉਹਦੇ ਕੋਲੇ ਉਹ ਸਾਰੀ ਕਾਪੀ ਮੌਜੂਦ ਸੀ ਤੇ ਉਹ ਪ੍ਰੈਸ ਕਾਨਫਰੰਸ ਵੀ ਕਰ ਰਿਹਾ। ਸੋ ਇਹ ਬੜੀ ਇੰਟਰਸਟਿੰਗ ਗੱਲ ਸੀ ਇਹਦੇ ਵਿੱਚ। ਦੂਜੀ ਗੱਲ ਇਹ ਕਿ ਜਿਹੜੇ ਆਈਓ ਦੀ ਤੁਸੀਂ ਗੱਲ ਕੀਤੀ ਸੁਰਿੰਦਰਪਾਲ ਹੋਰਾਂ ਦੀ, ਉਹੀ ਸੁਰਿੰਦਰਪਾਲ, ਸਾਨੂੰ ਯਾਦ ਹੈ ਉਹਨਾਂ ਨੇ ਕਿਸ ਤਰ੍ਹਾਂ ਮਤਲਬ ਬਾਲ ਪਰਿਵਾਰ ਦੇ ਜਿਹੜੇ ਬੈਡਰੂਮ ਤੱਕ ਜਾਂ ਬਾਥਰੂਮ ਤੱਕ ਮਤਲਬ ਜਾਂਚੇ, ਔਰ ਬਹੁਤ ਵਲਗਰ ਤਰੀਕੇ ਨਾਲ ਉਹਨਾਂ ਨੇ ਚੀਜ਼ਾਂ ਵੀ ਕੁਝ ਦਿਖਾਈਆਂ, ਪੱਤਰਕਾਰਾਂ ਨੂੰ ਵੀ ਦਿਖਾਈਆਂ, ਜੋ ਮਤਲਬ ਕਿ ਨਾ ਤਾਂ ਲਿਖੀਆਂ ਜਾ ਸਕਦੀਆਂ ਨਾ ਬੋਲੀਆਂ ਜਾ ਸਕਦੀਆਂ ਨੇ। ਸੋ ਉਹੀ ਆਈਓ ਜਦੋਂ ਸਰਕਾਰ ਬਦਲ ਗਈ ਤਾਂ ਉਹ ਉਹਨਾਂ ਦੇ ਪੈਰਾਂ 'ਚ ਪਿਆ ਸੀ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਜੀ ਉੱਪਰੋਂ ਹੀ ਹੁਕਮ ਸੀਗਾ
ਜੇ ਹੁਣ ਤੁਸੀਂ ਹੁਕਮ ਕਰੋਗੇ ਅਸੀਂ ਤਾਂ ਉਸ ਤੇ ਹੀ ਪਾਬੰਦ ਹਾਂ ਜੀ, ਅਸੀਂ ਉਵੇਂ ਕਰਾਂਗੇ। ਸੋ ਇਹ ਸਾਰੇ ਦੇ ਸਾਰੇ ਇੱਕ ਇੱਕ ਕਰਕੇ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਅਦਾਲਤਾਂ 'ਚ ਮੁੱਕਰ ਗਏ। ਜਿਹੜੇ ਗਵਾਹ ਉਦੋਂ ਬਣੇ ਹੋਏ ਸੀ ਉਹ ਗਵਾਹੀ ਜਦੋਂ ਮੁੱਕਰ ਜਾਣ ਤਾਂ ਅਦਾਲਤਾਂ, ਜਿਹੜੀ ਤੁਸੀਂ ਆਪਾਂ ਗੱਲ ਕਰ ਰਹੇ ਆ, ਅਦਾਲਤ ਤਾਂ ਫੈਕਟ ਦੇਖਦੀ ਹੈ ਕਿ ਉਹਦੇ ਸਾਹਮਣੇ ਜੋ ਫੈਕਟ ਤੁਸੀਂ ਪੇਸ਼ ਕੀਤੇ ਨੇ ਕਿ ਉਹ ਉਸ ਦੋਸ਼ ਨੂੰ ਸਾਬਿਤ ਕਰਦੇ ਆ ਜਾਂ ਨਹੀਂ ਕਰਦੇ। ਅਗਰ ਨਹੀਂ ਕਰਦੇ ਤਾਂ ਚਾਹੇ ਉਹਨਾਂ ਨੂੰ ਪਤਾ ਵੀ ਹੋਵੇ ਕਿ ਹਾਂ ਇਹ ਦੋਸ਼ੀ ਹੈ, ਪਰ ਉਹ ਫਿਰ ਵੀ ਚਾਹ ਕੇ ਵੀ ਉਹਨੂੰ ਮਤਲਬ ਦੋਸ਼ੀ ਕਰਾਰ ਨਹੀਂ ਦਿੰਦੇ। ਮੈਨੂੰ ਯਾਦ ਹੈ ਜਦੋਂ ਬਾਲ ਸਾਹਿਬ ਇਹ ਪੂਰੇ ਸਾਰੇ ਕੇਸਾਂ ਤੋਂ ਬਰੀ ਹੋ ਕੇ ਜਿਸ ਦਿਨ ਆਏ ਸੀ, ਉਸ ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਤੇ ਸੈਸ਼ਨ ਦੇ ਵਿੱਚ ਹੀ ਉਹਨਾਂ ਨੇ ਆ ਕੇ ਇਹ ਸਾਰੀ ਗੱਲ ਸੁਣਾਈ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਦੋਂ ਵੀ ਕਹਿੰਦੇ ਰਹੇ ਕਿ ਇਹ ਸਾਰੇ ਕੇਸ ਜਿਹੜੇ ਨੇ ਉਹ ਪੋਲੀਟੀਕਲ ਵੈਂਡੇਟਾ ਹੈ। ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਦੇਖੋ ਜਦੋਂ ਇੱਕ ਅਫਸਰ ਦੇ ਖਿਲਾਫ ਕੇਸ ਹੁੰਦਾ ਹੈ ਸਾਰੇ ਅਫਸਰ ਉਹਦੇ ਹੱਕ 'ਚ ਇਕੱਠੇ ਹੋ ਜਾਂਦੇ ਆ। ਇੱਕ ਪੋਲੀਟੀਕਲ ਜਮਾਤ ਹੀ ਇਹ ਜੀ ਹੈ ਜਿਹਦੇ ਖਿਲਾਫ ਇੱਕ ਕੇਸ ਹੁੰਦਾ ਹੈ ਤਾਂ ਸਾਰੇ ਦੂਜੇ ਉਹਦੇ ਖਿਲਾਫ ਚਲੇ ਜਾਂਦੇ ਨੇ ਵੀ ਅਸੀਂ ਕਿਉਂ ਇੱਕ ਦੂਜੇ ਨੂੰ ਇਸ ਤਰ੍ਹਾਂ ਤੰਗ ਕਰੀ ਜਾ ਰਹੇ ਹਾਂ, ਅੱਜ ਅਸੀਂ ਆਣਾ ਕੱਲ ਤੁਸੀਂ ਆਣਾ ਤੇ ਅਸੀਂ ਇੱਕ ਦੂਜੇ ਦੇ ਖਿਲਾਫ ਨਾ ਕੰਮ ਕਰੀਏ। ਸੋ ਉਹਨਾਂ ਨੇ ਕਿਹਾ ਵੀ ਮੈਂ ਜਿੰਨੇ ਵੀ ਕੇਸ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੀਤੇ ਹੋਏ ਨੇ ਮੈਂ ਸਾਰੇ ਦੇ ਸਾਰੇ ਉਹ ਵਾਪਸ ਲੈਣ ਲਊਂਗਾ, ਮਤਲਬ ਮੈਂ ਉਹਨਾਂ ਤੇ ਅੱਗੇ ਕੋਈ ਕਾਰਵਾਈ ਨਹੀਂ ਕਰਨਾ ਚਾਹੂੰਗਾ। ਸੋ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਇਹ ਉੱਥੇ ਵਿਧਾਨ ਸਭਾ ਦੇ ਵਿੱਚ ਹੋਈਆਂ ਬੜੇ ਇੰਟਰਸਟਿੰਗ ਜਿਹੇ ਤਰੀਕੇ ਨਾਲ। ਬਾਲ ਸਾਹਿਬ ਦਾ ਤੁਹਾਨੂੰ ਤਰੀਕਾ ਪਤਾ ਹੀ ਸੀਗਾ ਕਿ ਉਹ ਬਹੁਤ ਜਦੋਂ ਸੁਣਾਉਂਦੇ ਸੀ ਇਦਾਂ ਦੀਆਂ ਗੱਲਾਂ ਤਾਂ ਬਹੁਤ ਹੀ ਹਾਸਾ ਠੱਠਾ ਵੀ ਉੱਥੇ ਰਹਿੰਦਾ ਸੀਗਾ। ਪਰ ਮੈਂ ਇਹੀ ਗੱਲ ਕਰਦਾ ਕਿ ਜਦੋਂ ਸਰਕਾਰ ਬਦਲਦੀ ਹੈ ਉਦੋਂ ਗਵਾਹ ਨੂੰ ਮੁਕਰਾਉਣਾ ਜਾਂ ਮੁਕਰਨਾ ਉਹਦੇ ਲਈ ਕੋਈ ਦਿੱਕਤ ਨਹੀਂ ਹੁੰਦਾ ਸਰਕਾਰ ਵਾਸਤੇ, ਉਹ ਸਾਰੇ ਹੀ ਇਸ ਤਰ੍ਹਾਂ ਕਰ ਲੈਂਦੇ ਆ। ਚਾਹੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਈ ਹੋਵੇ ਤਾਂ ਉਹ ਵੀ ਇਸੇ ਤਰ੍ਹਾਂ ਹੀ ਬਰੀ ਹੋਏ, ਜਾਂ ਜਿਸ ਤਰ੍ਹਾਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਜਾਂ ਹੋਰ ਮੰਤਰੀ ਬਰੀ ਹੋਏ। ਤੁਸੀਂ ਠੀਕ ਕਹਿ ਰਹੇ ਹੋ ਕਿ ਬਾਦਲ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੇਸ ਅੱਗੇ ਨਹੀਂ ਵਧਾਉਣਾ, ਪਰ ਮਰਹੂਮ ਬਾਦਲ ਸਾਹਿਬ ਨੇ ਕਦੀ ਕਲੀਅਰ ਨਹੀਂ ਕੀਤਾ ਕਿ ਕੇਸ ਠੀਕ ਸੀ ਜਾਂ ਗਲਤ ਸੀ। ਜੇ ਕੇਸ ਠੀਕ ਸੀ ਤਾਂ ਫਿਰ ਉਹਨਾਂ ਨੂੰ ਕੀ ਹੱਕ ਸੀ ਕਿ ਕਿਸੇ ਬੰਦੇ ਵੱਲੋਂ ਕੀਤੀ ਬੇਨਿਜਮੀ ਨੂੰ ਉਹ ਮਾਫ ਕਰ ਦੇਣ? ਕਿ ਉਹਨਾਂ ਨੂੰ ਸਟੇਟ ਦੇ ਲੋਕਾਂ ਨੇ ਇਹ ਰਾਈਟ ਦਿੱਤਾ ਸੀ? ਜੇ ਉਹ ਕੇਸ ਗਲਤ ਕੀਤਾ ਗਿਆ ਸੀ ਤਾਂ ਫਿਰ ਬਾਦਲ ਸਾਹਿਬ ਨੂੰ ਸਫਾਈ ਦੇਣੀ ਚਾਹੀਦੀ ਸੀਗੀ ਕਿ ਬਈ ਇਹ ਵੀ ਤਾਂ ਅਸੀਂ ਇਹਨਾਂ ਨਾਲ ਕੀ ਕਹਿੰਦੇ ਹੁੰਦੇ ਪੰਜਾਬੀ ਦੇ ਵਿੱਚ, ਭਾਜੀ ਮੋੜਨੀ ਸੀ, ਇਸ ਕਰਕੇ ਕੀਤਾ ਸੀ। ਸੋ ਮਾਮਲੇ ਤਾਂ ਉੱਥੇ ਹੀ ਨੇ। ਫਿਰ ਉਹ ਦੋਨੇ ਹੀ ਧਿਰਾਂ ਸਮਝੌਤਿਆਂ ਦਾ ਰੌਲਾ ਪੈਣ ਲੱਗ ਪਿਆ। ਕੈਪਟਨ ਅਮਰਿੰਦਰ ਸਿੰਘ ਵੀ ਸੀਨ ਚੋਂ ਲਾਂਭੇ ਹੋ ਗਏ। ਪੰਜਾਬ ਦੇ ਲੋਕ ਸਮਝੌਤੇ ਨਾਲ ਨਹੀਂ, ਅਣਖ ਨਾਲ ਸਿੱਧਾ ਹਿੱਕ 'ਚ ਵੱਜਣ ਨੂੰ ਤਰਜੀਹ ਦਿੰਦੇ ਆ, ਸਿੱਧਾ ਚੱਲਣ ਦੀ ਗੱਲ ਕਰਦੇ ਆ। ਭਾਸਕਰ ਸਾਹਿਬ ਖਬਰ ਤਾਂ ਰਹੇਗੀ ਸੀਸੀਟੀਵੀ ਕੈਮਰੇ ਵਾਲੀ, ਉਹ ਜ਼ਰੂਰ ਕੱਲ ਜਦੋਂ ਹਾਈ ਕੋਰਟ 'ਚ ਮਾਮਲਾ ਆਉਂਦਾ ਨਾ, ਤੇ ਮੇਰੀ ਦਿਲਚਸਪੀ ਇਸ ਕਰਕੇ ਆ ਕਿ ਦੋ ਸਕੇ ਭਰਾ ਬਿਆਸ ਵਿੱਚ ਡੁੱਬ ਕੇ ਮਰ ਗਏ ਤੇ ਬੜੀ ਢੀਠਤਾਈ ਨਾਲ ਪੁਲਿਸ ਦੇ ਅਧਿਕਾਰੀ ਕਹਿ ਰਹੇ ਸੀ ਕਿ ਉੱਥੇ ਥਾਣੇ ਲੈਵਲ ਦੇ ਆਖੇ ਸਾਡੇ ਤਾਂ ਕੈਮਰੇ ਹੀ ਨਹੀਂ 2 ਦਿਨ ਤੋਂ ਚੱਲ ਰਹੇ। ਇਹ 2 ਦਿਨ ਤੋਂ ਹੀ ਕਿਉਂ ਨਹੀਂ ਸੀ ਚੱਲ ਰਹੇ ਔਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਕਿ ਨਹੀਂ? ਜੀ ਬਿਲਕੁਲ। ਪਹਿਲੇ ਮੈਂ ਉਸ ਕੇਸ ਦੀ ਗੱਲ ਕਰਾਂ। ਨਾਰਮਲੀ ਜਦ ਵੀ ਕਿਸੇ ਪੋਲੀਟੀਸ਼ੀਅਨ ਦੇ ਖਿਲਾਫ ਇਦਾਂ ਦੇ ਕੇਸ ਹੁੰਦੇ ਨੇ ਔਰ ਬਾਅਦ ਚੋਂ ਸਰਕਾਰ ਚੇਂਜ ਹੋਣ ਤੋਂ ਬਾਅਦ ਉਹ ਸਾਰੇ ਸਬੂਤ ਵਿਡਰਾਅ ਕੀਤੇ ਜਾਂਦੇ ਨੇ ਔਰ ਇਹ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਸਬੂਤ ਸੀਗੇ ਉਹ ਸਹੀ ਨਹੀਂ ਸੀਗੇ। ਇਹਦੇ ਵਿੱਚ ਕੋਰਟ ਦੀ ਟਿੱਪਣੀ ਤੇ ਆਈ ਹੈ ਮਦਰਾਸ ਹਾਈ ਕੋਰਟ ਦੇ ਵਿੱਚ, ਲੇਕਿਨ ਕੋਰਟਾਂ ਦੇ ਫੈਸਲੇ ਕਦੀ ਨਹੀਂ ਆਏ। ਉਹ ਵਿਜੀਲੈਂਸ ਬਿਊਰੋ ਨੂੰ ਇਹ ਪੁੱਛ ਸਕਦੇ ਨੇ ਕਿ ਪਹਿਲੇ ਜਿੰਨੀ ਇਨਵੈਸਟੀਗੇਸ਼ਨ ਕੀਤੀ ਸੀ, ਜਿਹੜੇ ਤੁਸੀਂ ਐਵੀਡੈਂਸ ਦਿੱਤੇ ਨੇ, ਅਗਰ ਉਹ ਗਲਤ ਸੀਗੇ ਤੇ ਉਸ ਕੇਸ ਨੂੰ ਅੱਗੇ ਕਿਉਂ ਵਧਾਇਆ ਗਿਆ? ਔਰ ਜੇ ਗਲਤ ਸੀਗੇ ਤੇ ਗਲਤ ਐਵੀਡੈਂਸਿਸ ਕਿੰਨੇ ਤਿਆਰ ਕਰਾਏ ਸੀ? ਯਾਨੀ ਇੱਕ ਵਾਰ ਵਿਜੀਲੈਂਸ ਬਿਊਰੋ ਵਾਲਿਆਂ ਨੂੰ ਵੀ ਟੰਗ ਕੇ ਰੱਖਣਗੇ ਨਾ ਤੇ ਅੱਗੋਂ ਤੋਂ ਉਹ ਵੀ ਆਪਣੇ ਪੋਲੀਟੀਕਲ ਮਾਸਟਰਸ ਦੇ ਕਹਿਣ ਤੇ ਇਦਾਂ ਦੇ ਝੂਠੇ ਸਬੂਤ, ਕਥਿਤ ਤੌਰ ਤੇ ਝੂਠੇ ਹੁੰਦੇ ਤੇ ਸੱਚੇ ਨੇ, ਬਾਅਦ ਚ ਝੂਠੇ ਆਪੇ ਪੈਣੇ ਪੈਣੇ। ਇਹ ਇੱਕ ਮੈਨੂੰ ਲੱਗਦਾ ਕੋਰਟਾਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਅੱਗੇ ਵਧਣ ਵਾਸਤੇ ਜਿਹੜੀ 182 ਦੀ ਕਾਰਵਾਈ ਹੈ ਉਹਦੇ ਉੱਤੇ ਅੱਗੇ ਵਧਣਾ ਚਾਹੀਦਾ। ਪਰ ਹਾਂ, ਉਹ ਜਿਹੜੇ ਸੀਸੀਟੀਵੀ ਕੈਮਰੇਜ਼ ਦੀ ਗੱਲ ਕੀਤੀ, ਇੱਕ ਆਖਰੀ ਗੱਲ ਇਹਦੇ ਤੇ ਬੜੀ ਜ਼ਰੂਰੀ, ਪੋਲੀਟੀਸ਼ੀਅਨਸ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਮਾਰਟ ਬਹੁਤ ਬਣਾ ਦਿੰਦੀਆਂ, ਸਿਖਾ ਬਹੁਤ ਜਾਂਦੀਆਂ। ਫਿਰ ਬਾਅਦ ਦੇ ਵਿੱਚ ਹਰੇਕ ਦਾ ਸੀਏ, ਹਰੇਕ ਦਾ ਲੀਗਲ ਐਡਵਾਈਜ਼ਰ ਤੇ ਹਰੇਕ ਦਾ ਜਿਹੜਾ ਅਕਾਊਂਟਸ ਦੇਖਣ ਵਾਲਾ ਬੰਦਾ ਹੈ ਨਾ, ਸੀਏ ਤੋਂ ਥੱਲੇ ਵਾਲਾ, ਇੱਕ ਪੈਸੇ ਦਾ ਹਿਸਾਬ। ਮਤਲਬ ਪੈਸਾ ਆਉਣਾ ਨਹੀਂ ਫालतू ਚਾਹੀਦਾ ਤੁਹਾਡੇ ਕੋਲੇ, ਪੈਸਾ ਦਿਸਣਾ, ਜੇ ਆ ਵੀ ਜਾਵੇ ਦਿਸਣਾ ਨਹੀਂ ਚਾਹੀਦਾ। ਤੇ ਪੈਸਾ ਗਿਆ ਕਿੱਥੇ, ਆਇਆ ਕਿੱਥੇ, ਗਿਆ ਕਿੱਥੇ, ਉਹਦਾ ਹਿਸਾਬ। ਸੋ ਮੈਨੂੰ ਤਾਂ ਬਹੁਤੇ ਜਿਹੜੇ ਪੋਲੀਟੀਸ਼ੀਅਨ ਸਾਡੇ ਮਨੀਬ ਬਣੇ ਲੱਗਦੇ ਅੱਜ ਕੱਲ। ਹੁਣ ਕੋਈ ਮਾਰ ਨਹੀਂ ਖਾਂਦਾ ਥੋੜੀ ਕੀਤਿਆਂ, ਪੁਰਾਣੇ ਮਾਮਲੇ ਹੀ ਨਹੀਂ ਨਿਬੇੜੇ ਜਾ ਰਹੇ। ਜੀ ਬਿਲਕੁਲ। ਸੀਸੀਟੀਵੀ ਕੈਮਰੇਜ਼ ਦੇ ਉੱਤੇ ਹਾਈ ਕੋਰਟ ਨੇ ਸਖਤੀ ਦਿਖਾਈ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਨਾ ਸਿਰਫ ਪੰਜਾਬ ਦੇ ਮਾਮਲੇ ਦੇ ਵਿੱਚ ਬਲਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਾਰੇ ਥਾਣੇ ਚੌਂਕੀਆਂ ਦੇ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੇ ਉੱਤੇ ਗੱਲ ਹੋਈ ਸੀ ਹਾਈ ਕੋਰਟ ਦੇ ਵਿੱਚ।
ਔਰ ਪੰਜਾਬ ਸਰਕਾਰ ਨੇ ਵੀ ਉਹਦੇ ਵਿੱਚ ਲਿਖ ਕੇ ਦਿੱਤਾ ਸੀਗਾ ਕਿ 90% ਚੌਂਕੀਆਂ ਤੇ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗ ਚੁੱਕੇ ਨੇ, ਔਰ ਬਾਕੀ ਦੇ 10% ਯਾਨੀ ਉਹਨੂੰ 100% ਬਣਾ ਦਾਂਗੇ ਆਪਾਂ ਆਉਣ ਵਾਲੀ 15 ਸਤੰਬਰ ਤੱਕ। ਇਸ ਮੁੱਦੇ ਦੇ ਉੱਤੇ ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗਦੀ ਹੈ, ਦੱਸੋ ਕਿੰਨੇ ਥਾਣਿਆਂ ਦੇ ਵਿੱਚ ਇਹ ਸੀਸੀਟੀਵੀ ਕੈਮਰੇ ਲੱਗ ਚੁੱਕੇ ਨੇ। ਔਰ ਖਾਸ ਕਰਕੇ ਤਦ ਜਦ ਜਲੰਧਰ ਦੇ ਵਿੱਚ ਉਹ ਇਨਸੀਡੈਂਟ ਜਿਹਦੇ ਵਿੱਚ ਹਿਊਮਿਲੇਸ਼ਨ ਕਰਕੇ, ਪੁਲਿਸ ਦੀ ਹਿਊਮਿਲੇਸ਼ਨ ਕਰਕੇ 2 ਭਰਾ ਸੁਸਾਈਡ ਕਰ ਲੈਂਦੇ ਨੇ, ਔਰ ਬਾਅਦ ਚੋਂ ਉਸ ਥਾਣੇ ਦੇ ਇੰਚਾਰਜ ਇਹ ਗੱਲ ਕਹਿੰਦੇ ਨੇ ਜੀ ਉਸ ਦਿਨ ਤੇ ਸਾਡੇ ਕੈਮਰੇ ਹੀ ਖਰਾਬ ਸੀਗੇ। ਇਸ ਗੱਲ ਨੂੰ ਸੀਰੀਅਸਲੀ ਹਾਈ ਕੋਰਟ ਦੇ ਵਿੱਚ ਅੱਗੇ ਵਧਾਉਣ ਦੀ ਹੁਣ ਇੱਕ ਤਿਆਰੀ ਹੈਗੀ ਹੈ, ਪਰ ਮੁੱਦਾ ਡਾਇਰੈਕਟਲੀ ਕਨੈਕਟਡ ਹੋਏ ਜਾਂ ਨਾ ਹੋਏ, ਪਰ ਥਾਣਿਆਂ ਦੇ ਵਿੱਚ ਅਗਰ ਸੀਸੀਟੀਵੀ ਕੈਮਰੇ ਉਸ ਪਾਰਟਿਕੂਲਰ ਦਿਨ ਜਿਸ ਦਿਨ ਦੀ ਸੀਸੀਟੀਵੀ ਫੁਟੇਜ ਚਾਹੀਦੀ ਹੁੰਦੀ ਹੈ ਖਰਾਬ ਹੋਣ, ਤੇ ਇਹ ਕੋਈ ਇਨਸੀਡੈਂਟ ਨਹੀਂ ਹੁੰਦਾ, ਇਹ ਤੇ ਡੈਲੀਬਰੇਟਲੀ ਖਰਾਬ ਕੀਤੇ ਜਾਂਦੇ ਨੇ। ਇਹ ਇੱਕ ਭਾਵਨਾ ਲੋਕਾਂ ਦੇ ਵਿੱਚ ਵੀ ਬਣੀ ਹੋਈ ਹੈ, ਹੁਣ ਹਾਈ ਕੋਰਟ ਦੇ ਵਿੱਚ ਵੀ ਇਹ ਗੱਲ ਅੱਗੇ ਤੁਰ ਰਹੀ ਹੈ, ਔਰ 15 ਸਤੰਬਰ ਤੱਕ 100% ਥਾਣਿਆਂ ਦੇ ਵਿੱਚ ਜੇ ਸੀਸੀਟੀਵੀ ਕੈਮਰੇ ਲੱਗ ਜਾਂਦੇ ਨੇ, ਔਰ ਉਸ ਪਾਰਟਿਕੂਲਰ ਦਿਨ ਅਗਰ ਉਹ ਕੰਮ ਨਹੀਂ ਕਰਦੇ ਜਿਸ ਦਿਨ ਉਹਦੀ ਲੋੜ ਹੋਏ, ਤੇ ਫਿਰ ਇਹਦਾ ਵੀ ਤਾਂ ਕੋਈ ਹੱਲ ਸਰਕਾਰ ਨੂੰ ਹੀ ਲੱਭਣਾ ਪੈਣਾ। ਇੰਦਰਪ੍ਰੀਤ ਜੀ, ਆਖਰੀ ਖਬਰ ਲੈਂਦੇ ਆ। ਇੱਕ ਤਾਂ ਬਹੁਤ ਸੰਖੇਪ ਦੇ ਵਿੱਚ ਹੜ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ, ਸਕੂਲ ਬੰਦ ਕਰਤੇ ਗਏ, ਹਾਲਾਂਕਿ ਲਗਭਗ 50% ਤੋਂ ਵੱਧ ਐਸੇ ਜ਼ਿਲ੍ਹੇ ਨੇ ਜਿਨ੍ਹਾਂ 'ਚ ਕੋਈ ਭੋਰਾ ਪਾਣੀ ਦਾ ਨਾਂ ਨਿਸ਼ਾਨ ਨਹੀਂ। ਔਰ ਦੂਜੀ ਗੱਲ, ਇਹ ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਜੇ ਸਿੱਖਿਆ ਮੰਤਰੀ ਕਰ ਰਹੇ ਆ, ਚੰਗਾ ਹੁੰਦਾ ਕਿ ਸਿੱਖਿਆ ਮੰਤਰੀ ਡੀਸੀਜ਼ ਨੂੰ ਕਹਿ ਦਿੰਦੇ ਕਿ ਆਪਣੇ ਥੱਲੇ ਡੀਓ ਤੇ ਬਲਾਕ ਅਫਸਰਾਂ ਨੂੰ ਪੁੱਛ ਕੇ ਫਿਰ ਜਿੱਥੇ ਜਿੱਥੇ ਲੋੜ ਆ ਉਹ ਬੰਦ ਕਰ ਦਿਓ। ਮੈਨੂੰ ਲੱਗਦਾ ਜਦੋਂ ਚੰਡੀਗੜ੍ਹ 'ਚ ਮੀਂਹ ਪੈਂਦਾ, ਸਰਕਾਰ ਨੂੰ ਲੱਗਦਾ ਸਾਰਾ ਪੰਜਾਬ ਮੋਹਲੇ ਧਰ ਹੋ ਗਿਆ। ਤੇ ਮੈਂ ਇਹ ਜਿਹੜੀ ਪਾਣੀ ਛੱਡੇ ਜਾਣ ਦੀ ਗੱਲ ਆ ਨਾ, ਉਹਦੇ ਤੋਂ ਵੀ ਥੋੜਾ ਮੈਨੂੰ ਲੱਗਦਾ ਖੌਫਜ਼ਦਾ ਹੈ ਗਵਰਨਮੈਂਟ ਕਿ ਲੋਕ ਕਿਤੇ ਫਸ ਨਾ ਜਾਣ, ਬੱਚੇ ਨਾ ਫਸ ਜਾਣ, ਕਿਉਂਕਿ ਬੜਾ ਬੇਸ਼ਕੀਮਤੀ ਸਰਮਾਇਆ ਹੁੰਦੇ। ਇੱਕ ਤਾਂ ਇਹਦੇ ਉੱਤੇ ਜਾਣਕਾਰੀ ਦੇ ਦਿਓ, ਪਰ ਇਹ ਫੈਸਲਾ ਤਰਕ ਸੰਗਤ ਬਹੁਤਾ ਲੋਕਾਂ ਵੱਲੋਂ ਕਿਹਾ ਨਹੀਂ ਜਾ ਰਿਹਾ ਵੀ ਇਸ ਤਰ੍ਹਾਂ ਦੇ ਫੈਸਲੇ ਤੁਸੀਂ ਐਵੇਂ ਚੁੱਪ ਚਪੀਤੇ ਕਰਦੇ ਹੋ। ਇੱਥੇ ਥੋੜੀ ਸਮੀਖਿਆ ਦੀ ਲੋੜ ਸੀ। ਡੀਸੀਜ਼ ਕਾਫੀ ਐਪਰੋਪਰੀਏਟ ਹੁੰਦੇ ਨੇ ਇਹਨਾਂ ਮਾਮਲਿਆਂ 'ਚ ਫੈਸਲੇ ਲੈਣ ਲਈ। ਤੇ ਦੂਜਾ ਮਾਮਲਾ ਜਿਹੜਾ ਉਹ ਵੀ ਅਹਿਮ ਆ ਕਿ ਹਰਿਆਣੇ ਵਾਲੇ ਗੁਰਦੁਆਰਾ ਕਮਿਸ਼ਨ ਨੇ ਵੋਟਾਂ ਲਈ ਇਸ਼ਤਿਹਾਰ ਜਾਰੀ ਕਰਤਾ ਹੈ। ਸਾਡੇ ਵਾਲੇ ਸਾਰੋਂ ਸਾਹਿਬ ਦਾ ਕੀ ਮੰਨਿਆ ਜੇ, ਇਹ ਵੀ ਦੱਸ ਦਿਓ। ਰੰਦਾ ਸਾਹਿਬ, ਇੱਕ ਇੱਕ ਕਰਕੇ ਕਰਦੇ ਹਾਂ। ਪਹਿਲਾਂ ਜਿਹੜੀ ਹੜ੍ਹਾਂ ਦੀ ਸਥਿਤੀ ਦੇ ਵਿੱਚ ਦੇਖੋ, ਕੱਲ ਆਪਾਂ ਜ਼ਿਕਰ ਕੀਤਾ ਸੀ ਕਿ 2 ਦਿਨ ਲਗਾਤਾਰ ਜਿਹੜਾ ਹੈਗਾ ਉਹ ਰੈੱਡ ਅਲਰਟ ਵੀ ਜਾਰੀ ਕੀਤਾ ਹੋਇਆ IMD ਨੇ, ਤੇ ਕੱਲ ਉਹ ਸਹੀ ਵੀ ਸਾਬਿਤ ਹੋਇਆ। ਚੰਡੀਗੜ੍ਹ ਔਰ ਉਹਦੇ ਆਸ-ਪਾਸ 104 mm ਬਰਸਾਤ ਹੋਈ ਹੈ, ਜਿਹੜੀ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ, ਔਰ ਲੱਗ ਵੀ ਇਹੀ ਰਿਹਾ ਸੀ ਕਿ ਜਿਵੇਂ ਬੱਦਲ ਫਟ ਗਿਆ ਹੁੰਦਾ। ਚੰਡੀਗੜ੍ਹ ਦੇ ਵਿੱਚ ਤਾਂ ਲਗਭਗ ਇਸੇ ਤਰ੍ਹਾਂ ਦੀ ਬਰਸਾਤ ਹੋ ਰਹੀ ਸੀ, ਪਰ ਇਹਦਾ ਅਸਰ ਪੰਜਾਬ 'ਚ ਕਿੰਨਾ ਕੁ ਹੁੰਦਾ ਇਹ ਤਾਂ ਨਹੀਂ ਸੀ। ਬਾਕੀ ਮੈਂ ਪਤਾ ਕੀਤਾ ਬਹੁਤੀ ਥਾਵਾਂ ਤਾਂ ਮੀਂਹ ਪਿਆ ਹੀ ਨਹੀਂ ਸੀਗਾ, ਹਲਕੀ ਬੂੰਦਾਬਾਂਦੀ ਕਿਤੇ ਹੋਈ ਹੈ। ਪਰ ਦੇਖੋ, ਕੱਲ ਸੁਖਨਾ ਦਾ ਜਿਹੜਾ ਗੇਟ ਹੈ ਉਹ 5ਵੀਂ ਵਾਰ ਖੋਲਿਆ, ਸੁਖਨਾ ਲੇਕ ਦਾ ਗੇਟ 5ਵੀਂ ਵਾਰ ਖੋਲਿਆ, ਤਾਂ ਉਹ ਸਾਰਾ ਘੱਗਰ 'ਚ ਹੁੰਦਾ ਹੋਇਆ ਜਿਹੜਾ ਹੈ ਸਰਦੂਲਗੜ੍ਹ ਵੱਲ ਜਾਣਾ ਹੈ, ਪਰ ਉਹ ਇੰਨਾ ਨਹੀਂ ਹੈਗਾ, ਉਹ ਸਾਰਾ ਘੱਗਰ ਦੇ ਵਿੱਚ ਹੀ ਜਾ ਰਿਹਾ, ਕੋਈ ਬਾਹਰ ਨਹੀਂ ਨਿਕਲ ਰਿਹਾ ਪਾਣੀ। ਪਰ ਜਿਹੜਾ ਇਧਰਲੇ ਪਾਸੇ ਪੌਂਗ ਡੈਮ ਫਿਰ ਦੁਬਾਰਾ ਤੋਂ ਕੱਲ 1.90 ਫੁੱਟ ਜਿਹੜਾ ਹੈਗਾ ਵੱਧ ਗਿਆ ਦੁਬਾਰਾ, ਜਿਹੜਾ ਪਿਛਲੇ ਆਪਾਂ ਜ਼ਿਕਰ ਕੀਤਾ ਸੀਗਾ ਕਿ 1399 ਤੱਕ ਚਲਾ ਗਿਆ, ਉਹ ਹੌਲੀ ਕਰਦੇ 1388 ਤੱਕ ਲੈ ਆਏ ਸੀ। ਪਰ ਕੱਲ ਅਚਾਨਕ ਫਿਰ ਦੁਬਾਰਾ ਜਿਹੜੀ ਬਰਸਾਤ ਹੋਈ ਹੈ ਹਿਮਾਚਲ ਦੇ ਏਰੀਆਜ਼ 'ਚ, ਉਹਦੇ ਵਿੱਚ 1.90 ਫੁੱਟ ਉਹ ਵੱਧ ਗਿਆ ਦੁਬਾਰਾ, ਤੇ ਇਹ ਪੰਜਾਬ ਲਈ ਠੀਕ ਨਹੀਂ ਹੈ। ਜਿੰਨਾ ਪਾਣੀ ਪੌਂਗ ਡੈਮ, ਕਿਉਂਕਿ ਇਸ ਟਾਈਮ ਬਿਲਕੁਲ ਸਿਰੇ ਤੇ ਲੱਗਿਆ ਹੋਇਆ, ਕੋਈ ਵੀ ਬਰਸਾਤ ਵੱਡੀ ਹੁਣ ਉਹ ਝੇਲਣ ਦੇ ਕਾਬਲ ਹੈ ਨਹੀਂ ਹੈ, ਉਹ ਪਾਣੀ ਫਿਰ ਥੱਲੇ ਛੱਡਣਾ ਹੀ ਪਊਗਾ, ਤੇ ਥੱਲੇ ਛੱਡਣ ਦਾ ਮਤਲਬ ਹੈ ਪੰਜਾਬ ਦੇ ਜਿਹੜੇ ਇਲਾਕੇ ਨੇ ਉਹ ਹੜ੍ਹ ਦੀ ਮਾਰ ਥੱਲੇ ਆਣਗੇ। ਸੋ ਉਸ ਤੋਂ ਪਹਿਲਾਂ ਹੀ ਲੇਕਿਨ ਇਹ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਸਕੂਲ ਹੀ ਬੰਦ ਕਰਤੇ। ਤਾਂ ਠੀਕ ਹੈ, ਜਿਹੜੇ ਤਾਂ ਡਿਸਟ੍ਰਿਕਟ ਨਦੀਆਂ ਦੇ ਉੱਪਰ ਨੇ, ਸਪੋਜ਼ ਕੋਈ ਲੁਧਿਆਣਾ, ਜਲੰਧਰ, ਇਹ ਵਾਲੇ ਤਾਂ ਨਦੀਆਂ ਦੇ ਉੱਪਰ ਨੇ, ਉੱਥੇ ਤਾਂ ਦਿੱਕਤ ਇਹ ਆ ਸਕਦੀ ਹੈ। ਪਰ ਜਿਹੜੇ ਤਾਂ ਜਿੱਥੇ ਤਾਂ ਕਿੰਨੇ ਮਹੀਨੇ, ਹੁਣ ਤਾਂ 1.5 ਮਹੀਨਾ ਹੋ ਗਿਆ, ਕੋਈ ਬਰਸਾਤ ਹੀ ਨਹੀਂ ਹੋ ਰਹੀ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ, ਉਹਨਾਂ ਦੇ ਵਿੱਚ ਵੀ ਸਕੂਲ ਬੰਦ ਕਿਉਂ ਕਰਤੇ ਗਏ, ਇਹ ਵਾਲਾ ਫੈਸਲਾ ਸਮਝ ਨਹੀਂ ਆ ਰਿਹਾ। ਪਰ ਕੱਲ ਮੈਨੂੰ ਕੋਈ ਇੱਕ ਫੋਨ ਵੀ ਆਇਆ ਕਿ ਮੈਰੀਟੋਰੀਅਸ ਸਕੂਲ ਨੂੰ ਬੰਦ ਨਹੀਂ ਕੀਤਾ ਗਿਆ, ਮੈਰੀਟੋਰੀਅਸ ਸਕੂਲ ਹਜੇ ਵੀ ਚੱਲ ਰਹੇ ਨੇ। ਤਾਂ ਉਹ ਕਿਉਂ? ਉਹਨਾਂ ਦਾ ਜਿਹੜਾ ਆਰਡਰ ਜਾਰੀ ਕੀਤਾ ਸੀ ਉਹਦੇ ਵਿੱਚ ਵਾਕਈ ਉਹਨਾਂ ਦਾ ਜ਼ਿਕਰ ਹੈ ਨਹੀਂ ਸੀ। ਮੈਂ ਦੇਖਿਆ ਸੀਗਾ ਕਿ ਉਹਦੇ 'ਚ ਸਰਕਾਰੀ, ਗੈਰ ਸਰਕਾਰੀ, ਏਡਡ ਔਰ ਪ੍ਰਾਈਵੇਟ ਸਕੂਲ ਦੀ ਗੱਲ ਸੀ, ਮੈਰੀਟੋਰੀਅਸ ਸਕੂਲ ਦਾ ਜ਼ਿਕਰ ਉਹਦੇ 'ਚ ਨਹੀਂ ਸੀ। ਕੀ ਕਿਉਂਕਿ ਉਹ ਰੈਜ਼ੀਡੈਂਟ ਸਕੂਲ ਨੇ, ਇਸੇ ਕਰਕੇ ਮਤਲਬ ਬੰਦ ਨਹੀਂ ਕੀਤੇ ਗਏ, ਜਾਂ ਕੋਈ ਕਾਰਨ ਹੋਰ ਸੀਗਾ? ਤਾਂ ਮੈਂ ਪੁੱਛਿਆ ਵੀ ਸੀਗਾ, ਲੇਕਿਨ ਇਹਦੇ ਬਾਅਦ ਜਵਾਬ ਆਇਆ ਨਹੀਂ। ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਅਸੀਂ ਪੁੱਛ ਕੇ ਦੱਸ ਦਿਆਂ ਵੀ ਆਰਡਰ 'ਚ ਹੈ ਕਿ ਨਹੀਂ ਹੈ।
ਸੋ ਇਹ ਮੈਨੂੰ ਲੱਗਦਾ ਕਿ ਤੁਹਾਡੀ ਗੱਲ ਠੀਕ ਹੈ ਕਿ ਡੀਸੀਜ਼ ਦੇ ਹਵਾਲੇ ਹੀ ਕੀਤੇ ਜਾਣੇ ਚਾਹੀਦੇ, ਜਿੱਥੇ ਜਿੱਥੇ ਲੋੜ ਹੈਗੀ ਹੈ ਉੱਥੇ ਬੰਦ ਕਰ ਦਿਓ, ਬਾਕੀ ਤਾਂ ਚੱਲਦੇ ਰਹਿਣ, ਕੋਈ ਫਰਕ ਨਹੀਂ ਪੈ ਰਿਹਾ। ਤੀਸਰੀ ਗੱਲ ਤੁਸੀਂ ਕੀਤੀ ਇਲੈਕਸ਼ਨਸ ਦੀ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਹਰਿਆਣਾ ਵਾਲੀ ਨਵੀਂ ਬਣੀ ਹੈ, ਤੇ ਉਹ ਬੜੇ ਹੁਣ ਤਾਂ ਟਾਈਮ ਹੋ ਗਿਆ, ਉੱਥੇ ਦੀ ਸਰਕਾਰ ਦਾ ਵੀ ਇਹ ਹੈ ਕਿ ਅਸੀਂ ਉੱਥੇ ਇਹ ਇਲੈਕਸ਼ਨਸ ਕਰਵਾ ਦਈਏ ਤੇ ਇਹਨੂੰ ਇੱਕ ਆਪਣੀ ਉਪਲਬਧੀ ਦੇ ਤੌਰ ਤੇ ਵੀ ਮਤਲਬ ਉਹਨੂੰ ਪ੍ਰਚਾਰਿਆ ਜਾਏ। ਮੈਨੂੰ ਯਾਦ ਹੈ ਇਹ ਜਦੋਂ 2014 ਦੇ ਵਿੱਚ ਜਿਹੜੇ ਹੁੱਡਾ ਸਾਹਿਬ ਨੇ, ਉਹਨਾਂ ਨੇ ਜਦੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਕੀਤੀ ਸੀ ਤਾਂ ਕੈਥਲ ਦੇ ਵਿੱਚ ਇੱਕ ਬੜਾ ਵੱਡਾ ਫੰਕਸ਼ਨ ਹੋਇਆ ਸੀ, ਤਾਂ ਉਹਨਾਂ ਨੂੰ ਇਹ ਆਸ ਸੀਗੀ ਕਿ ਹਰਿਆਣੇ ਦੇ ਸਾਰੇ ਸਿੱਖ ਜਿਹੜੇ ਹੈਗੇ ਆ ਉਹ ਉਹਨਾਂ ਲਈ ਉਹਨਾਂ ਦੇ ਪਿੱਛੇ ਆ ਕੇ ਖੜੇ ਹੋ ਜਾਣਗੇ, ਪਰ ਨਿਰਾਸ਼ਾ ਉਹਨਾਂ ਨੂੰ ਬਹੁਤ ਹੋਈ ਹੈ। ਸਾਰੀ ਜਿਹੜੀ ਜੀਟੀ ਰੋਡ ਬੈਲਟ ਸੀ ਉਹ ਹਾਰ ਗਏ, ਔਰ ਇਹੀ ਸਿੱਖ ਪੋਪੂਲੇਟਡ ਜਿਹੜਾ ਏਰੀਆ ਹੈ ਜਿਹਨੂੰ ਗਿਣਿਆ ਜਾਂਦਾ, ਉੱਥੋਂ ਹੁੱਡਾ ਸਾਹਿਬ ਹਾਰ ਗਏ। ਸੇਮ ਉਸੇ ਤਰ੍ਹਾਂ ਦੇ ਹੀ ਸ਼ਾਇਦ ਜਿਹੜੀ ਇਸ ਟਾਈਮ ਜਿਹੜੀ ਖੱਟਰ ਸਰਕਾਰ ਹੈ ਉਹ ਵੀ ਲੱਗੀ ਹੋਈ ਹੈ ਵੀ ਸ਼ਾਇਦ ਸਾਰੇ ਸਿੱਖ ਜਿਹੜੇ ਹੈ ਉਹ ਵੋਟ ਪਾ ਦੇਣਗੇ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਚੀਜ਼ਾਂ ਨਾਲ ਵੋਟਾਂ ਟ੍ਰਾਂਸਫਰ ਨਹੀਂ ਹੁੰਦੀਆਂ, ਪਰ ਉੱਥੇ ਜਿਹੜੀ ਅਲੱਗ ਤੋਂ ਕਮੇਟੀ ਬਣਾਉਣ ਦੀ ਪ੍ਰਕਿਰਿਆ ਹੈ ਉਹ ਕਾਫੀ ਤੇਜ਼ੀ ਨਾਲ ਚੱਲ ਰਹੀ ਹੈ। ਉਹ ਠੀਕ ਹੈ, ਉਹਨਾਂ ਨੇ ਕੱਲ ਇਸ਼ਤਿਹਾਰ ਵੀ ਦਿੱਤਾ ਹੈ, ਉਹ ਕਿਉਂਕਿ ਇਹ ਸਟੇਟ ਗਵਰਨਮੈਂਟ ਨੇ ਖੁਦ ਹੀ ਕਰਨੇ ਉੱਥੇ ਇਲੈਕਸ਼ਨ, ਔਰ ਉਹ ਆਪਣਾ ਤੇਜ਼ੀ ਨਾਲ ਕਰ ਰਿਹਾ। ਪਰ ਦੂਜੇ ਪਾਸੇ ਪੰਜਾਬ, ਹਿਮਾਚਲ ਤੇ ਯੂਟੀ, ਇਹ ਤਿੰਨਾਂ ਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਚੱਲ ਰਹੀ। ਆਪਾਂ ਪਹਿਲਾਂ ਇੱਕ ਵਾਰੀ ਪ੍ਰੋਗਰਾਮ 'ਚ ਡਿਸਕਸ ਕੀਤਾ ਸੀਗਾ ਕਿ ਜਸਟਿਸ ਸਾਰੋ ਨੇ ਤਿੰਨਾਂ ਸਟੇਟਾਂ ਨੂੰ ਚਿੱਠੀ ਲਿਖੀ ਹੈ ਵੀ ਉਹ ਨਵੇਂ ਵੋਟਰ ਸੂਚੀਆਂ ਬਣਾਉਣ ਦਾ ਕੰਮ ਸ਼ੁਰੂ ਕਰਨ, ਪਰ ਜਦੋਂ ਅਸੀਂ ਪਤਾ ਕੀਤਾ ਸਰਕਾਰਾਂ ਤੋਂ, ਉਹਨਾਂ ਨੇ ਕਿਹਾ ਵੀ ਹਜੇ ਕਿਵੇਂ ਕਰ ਸਕਦੇ ਹਾਂ ਵੀ ਜਦੋਂ ਗਵਰਨਮੈਂਟ ਆਫ ਇੰਡੀਆ ਦੀ ਕੋਈ ਡਾਇਰੈਕਸ਼ਨ ਹੀ ਨਹੀਂ ਹੈ, ਤਾਂ ਕਿਉਂਕਿ ਵੋਟਰ ਸੂਚੀਆਂ ਬਣਾਉਣ ਦੇ ਵਿੱਚ ਸਾਰਾ ਮਹਿਕਮਾ ਲਗਾਉਣਾ ਪੈਂਦਾ, ਤਾਂ ਇਦਾਂ ਨਹੀਂ ਹੋ ਸਕਦਾ ਕਿ ਬਿਨਾਂ ਕੰਮ ਤੋਂ ਹੀ ਅਸੀਂ ਸਾਰਾ ਮਹਿਕਮਾ ਇੱਧਰ ਲਗਾ ਦਈਏ। ਪਹਿਲਾਂ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਡਿਸੀਜਨ ਤਾਂ ਘੱਟੋ ਘੱਟ ਲਏ ਕਿ ਹਾਂ ਅਸੀਂ ਇਸ ਤਰੀਕ ਨੂੰ ਇਲੈਕਸ਼ਨਸ ਕਰਾਣੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਜਿਹੜਾ ਇਹ ਇਸ਼ਤਿਹਾਰ ਹੈ ਉਹਦੇ ਵਿੱਚ ਕਿਹਾ ਗਿਆ ਕਿ ਤੁਸੀਂ 1/9/23 ਤੋਂ 30/9/23 ਤੱਕ ਆਪਣੀ ਦਰਖਾਸਤ ਦੇ ਸਕਦੇ ਹੋ ਵੋਟਰ ਸੂਚੀ 'ਚ ਆਪਣਾ ਨਾਂ ਦਰਜ ਕਰਾਉਣ ਲਈ, ਜਿਹਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਘੱਟੋ ਘੱਟ ਉਸ ਵਾਰਡ ਦਾ 6 ਮਹੀਨਿਆਂ ਜਿੱਥੇ ਉਹ ਬਣਾਉਣਾ ਚਾਹੁੰਦਾ, ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦਾ, 6 ਮਹੀਨਿਆਂ ਤੋਂ ਨਿਵਾਸੀ ਹੋਵੇ ਉੱਥੋਂ ਦਾ, ਤੇ ਦੂਜੀ ਗੱਲ ਘੱਟੋ ਘੱਟ 18 ਸਾਲਾਂ ਦਾ ਮਰਦ ਜਾਂ ਔਰਤ ਹੋਵੇ, ਤੇ ਜੋ ਵਿਅਕਤੀ ਪਤਤ ਜਾਂ ਆਪਣੀ ਦਾੜੀ ਜਾਂ ਕੇਸ ਕੱਟਦਾ ਜਾਂ ਮਨਵਾਉਂਦਾ ਹੈ, ਤੰਬਾਕੂ ਹਲਾਲ ਮੀਟ ਖਾਂਦਾ ਹੈ ਜਾਂ ਨਸ਼ਾ ਕਰਦਾ ਜਾਂ ਸ਼ਰਾਬ ਪੀਂਦਾ ਹੈ, ਉਹ ਵੋਟਰ ਦੇ ਯੋਗ ਨਹੀਂ ਹੋਏਗਾ। ਜੇ ਸਖਤੀ ਨਾਲ ਲਾਗੂ ਕਰਤਾ ਜਾਵੇ ਤਾਂ ਮੇਰੇ ਖਿਆਲ ਹੈ ਕਿ ਬਹੁਤ ਘੱਟ ਲੋਕ ਵੋਟਾਂ ਪਾਉਣਗੇ। ਭਾਸਕਰ ਸਾਹਿਬ, ਇੰਦਰਪ੍ਰੀਤ ਜੀ, ਸਾਡੇ ਚੋਂ ਤਾਂ ਇੰਦਰਪ੍ਰੀਤ ਜੀ ਹੀ ਕਾਬਲ ਇਸ ਵੇਲੇ ਲੱਗਦੇ ਨੇ ਵੀ ਇਹ ਇਹਨਾਂ ਮਾਮਲਿਆਂ ਤੇ ਗੱਲ ਕਰ ਸਕਣ ਜਾਂ ਵੋਟ ਪਾ ਸਕਣ। ਪੰਜਾਬ ਦੇ ਵਿੱਚ ਜੇ ਕੋਈ ਮੰਨ ਲਓ 1.5 ਕਰੋੜ, ਹਾਂਜੀ ਮੈਂ ਇਹ ਗੱਲ ਕਰ ਰਿਹਾ ਸੀ ਕਿ ਹਰਿਆਣਾ ਦੇ ਵਿੱਚ ਪਤਿਤਪੁਣਾ ਪੰਜਾਬ ਨਾਲੋਂ ਘੱਟ ਹੈ, ਉੱਥੇ ਵੋਟਾਂ ਸ਼ਾਇਦ ਜ਼ਿਆਦਾ ਬਣ ਜਾਣ। ਨਹੀਂ, ਉਹ ਤੁਹਾਡੇ ਨਾਲ ਮੈਂ ਸਹਿਮਤ ਹਾਂ, ਪਰ ਆ ਜਿਹੜਾ ਥੱਲੇ ਲਿਖਿਆ ਨਾ, ਤੰਬਾਕੂ, ਪੁੱਠਾ ਹਲਾਲ ਮੀਟ ਜਿਹਨੂੰ ਕਹਿੰਦੇ ਆ, ਨਸ਼ਾ, ਸ਼ਰਾਬ ਪੀਂਦਾ ਹੋਵੇ ਜਾਂ ਹੈ ਨਾ, ਤੇ ਦਾੜੀ ਕੇਸ ਕੱਟਦਾ ਹੋਵੇ, ਚਲੋ ਉਹ ਤਾਂ ਠੀਕ ਹੈ, ਤੁਹਾਡੇ ਕਹਿ ਦਿੱਤਾ। ਬਾਕੀ ਚੀਜ਼ਾਂ ਵੀ ਤਾਂ ਹੈਗੀਆਂ ਨਾ, ਜਿੰਨਾ ਹੁਣ ਰੈਵਨਿਊ ਐਕਸਾਈਜ਼ ਚੋਂ ਆ ਰਿਹਾ, ਸਰਕਾਰਾਂ ਜਿੰਨੀਆਂ ਵੇਚ ਰਹੀਆਂ, ਬਚਿਆ ਕਿਹੜਾ? ਵੋਟਰ ਤਾਂ ਇਹ ਬਣਨ ਹੀ ਨਹੀਂ ਦੇਣਾ ਚਾਹੁੰਦੇ, ਇਹਦਾ ਮਤਲਬ। ਸੋ ਜੇ ਤੇ ਸਖਤੀ ਨਾਲ ਲਾਗੂ ਕੀਤਾ ਜਾਵੇ, ਪਿੰਡ ਸਾਰਾ ਇਕੱਠਾ ਕੀਤਾ ਜਾਵੇ, ਉਹਦੇ ਵਿੱਚ ਪੁੱਛਿਆ ਜਾਵੇ ਵੀ ਦੱਸੋ ਵੀ ਫਲਾਣਾ ਸਿੰਘ ਸ਼ਰਾਬ ਪੀਂਦਾ, ਉਹਨੇ ਕਹਿਣਾ ਨਹੀਂ ਪੀਂਦਾ, ਇੱਕ ਨੇ ਕਹਿਣਾ, 10 ਨੇ ਕਹਿਣਾ ਪੀਂਦਾ, ਪਰਸੋਂ ਅਸੀਂ ਦੇਖਿਆ ਸੀ ਫਲਾਣੇ ਥਾਂ ਬੈਠਾ। ਸੋ ਗੱਲ ਇਹ ਹੈ ਵੀ ਸਰਪੰਚੀ ਦੀ ਇਲੈਕਸ਼ਨ 'ਚ ਸਾਰੀ ਵੀਡੀਓਗ੍ਰਾਫੀ ਕਰਾ ਲਿਓ, 15 ਦਿਨ ਦੀ ਪਤਾ ਲੱਗ ਜਾਊ ਕਿਹੜਾ ਕਿਹੜਾ ਬਚਿਆ, ਫਿਰ ਵੋਟਾਂ ਬਣਾ ਲਿਓ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।